ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਮਨ ਕੇ ਮੁਨ ਸਭ ਹਵੈ, ਸੁਨਹੁ ਰਹੇ ਬਿਸੈ ਲਪਟਾਏ। ਤਾਹੀਂ ਕੇ ਰਸ ਮਹਿ ਫਸੇ, ਨਹੀਂ ਨਾਮ ਰਸ ਆਏ। ਮਨ ਕੇ ਮੁਨ ਸਭ ਹਵੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਟਲ ਚਵਰ ਛਤਰ, ਤਖਤ ਦੇ ਮਾਲਕ ਦਸਾਂ ਹੀ ਪਾਤਸ਼ਾਹੀਆਂ ਕੀ ਆਤਮਕ ਜੋਤ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਦਿਨ ਦੇ ਚੌਥੇ ਪਹਿਰ ਦੇ ਸੁੰਦਰ ਦੀਵਾਨ ਸਜੇ ਹਨ। ਸਜੇ ਹੋਏ ਦੀਵਾਨਾਂ ਅੰਦਰ ਅਤੀ ਸਨਮਾਨਯੋਗ ਰਾਗੀ ਸਿੰਘਾਂ ਪਾਸੋਂ ਆਪ ਸੰਗਤਾਂ ਨੇ ਅੰਮ੍ਰਿਤਮਈ ਇਲਾਹੀ ਗੁਰਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਆਓ ਗੁਰ ਸੰਗਤ ਜੀ, ਹੁਣ ਸਮਾਂ ਹੈ ਜੋ ਚੱਲ ਰਹੀ ਲੜੀਵਾਰ ਗੁਰ ਇਤਿਹਾਸ ਦੀ ਕਥਾ ਆਪਾਂ ਸਰਵਣ ਕਰਦੇ ਆ ਰਹੇ ਹਾਂ। ਪਿਛਲੇ ਦੀਵਾਨਾਂ ਵਿੱਚ ਆਪਾਂ ਸਰਵਣ ਕੀਤਾ ਸੀ ਜਗਤ ਗੁਰੂ ਧੰਨ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਜਗਤ ਜੀਆਂ ਦੀ ਕਲਿਆਣ ਕਰਦਿਆਂ ਹੋਇਆਂ ਸਤਿਗੁਰੂ ਕੁਰੂਕਸ਼ੇਤਰ ਤੋਂ ਚੱਲ ਕੇ ਮਹਾਰਾਜ ਬ੍ਰਿਜ ਦੀ ਧਰਤੀ ਤੇ ਪਹੁੰਚੇ ਹਨ। ਉੱਥੋਂ ਚੱਲ ਕੇ ਸਤਿਗੁਰੂ ਅਯੋਧਿਆਪੁਰੀ ਦੇ ਵਿੱਚ ਗਏ। ਉਹਨਾਂ ਨੂੰ ਪਰਮਾਤਮਾ ਦੀ ਪ੍ਰਭੂ ਦੀ ਭਗਤੀ ਕਰਨ ਦਾ ਉਪਦੇਸ਼ ਦਿੱਤਾ। ਅਯੋਧਿਆ ਤੋਂ ਚੱਲ ਕੇ ਸਤਿਗੁਰੂ ਕਾਂਸ਼ੀ ਦੇ ਵਿੱਚ ਪਹੁੰਚੇ ਹਨ। ਇਹ ਕਾਂਸ਼ੀ ਜਿਸ ਨੂੰ ਸ਼ਿਵਪੁਰੀ ਵੀ ਕਹਿੰਦੇ ਹਨ, ਅਤੇ ਇਹ ਨਗਰੀ ਜਿਹੜੀ ਸੀ ਇਹ ਵਿਦਿਆ ਦੀ ਟਕਸਾਲ ਵੀ ਮੰਨੀ ਗਈ, ਜਿੱਥੇ ਬਹੁਤ ਵੱਡੀ ਗਿਣਤੀ ਦੇ ਵਿੱਚ ਪੰਡਤ ਰਹਿੰਦੇ, ਵੇਦਾਂ ਨੂੰ ਸ਼ਾਸਤਰਾਂ ਨੂੰ ਸਿਮਰਤੀਆਂ ਦਾ ਅਧਿਐਨ ਕਰਦੇ। ਮਹਾਰਾਜ ਇਹਨਾਂ ਧਰਮ ਸਥਾਨਾਂ ਤੇ ਗਏ ਹਨ ਜਿਨ੍ਹਾਂ ਧਰਮ ਸਥਾਨਾਂ ਤੇ ਧਰਮ ਦੇ ਨਾਂ ਦੇ ਉੱਤੇ ਲੋਕ ਪਖੰਡ ਕਰ ਰਹੇ ਸਨ। ਉਹਨਾਂ ਨੂੰ ਪ੍ਰਭੂ ਦੀ ਭਗਤੀ ਕਰਨ ਦਾ ਜਾ ਕੇ ਉਪਦੇਸ਼ ਦਿੱਤਾ ਹੈ। ਇਸ ਕਾਂਸ਼ੀ ਦੀ ਧਰਤੀ ਤੇ ਧੰਨ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਚਰਨ ਛੋਹ ਸਥਾਨ ਹੈ। ਗੁਰਦੁਆਰਾ ਗੁਰੂ ਕਾ ਬਾਗ ਇੱਕ ਸਥਾਨ ਨਾਵੇਂ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਹੈ। ਸਤਿਗੁਰਾਂ ਦਾ ਸੁੰਦਰ ਚੋਲਾ ਵੀ ਉੱਥੇ ਸੁਸ਼ੋਭਿਤ ਹੈ। ਇੱਕ ਸਥਾਨ ਕਲਗੀਧਰ ਪਿਤਾ ਜੀ ਦਾ ਹੈ। ਮਹਾਰਾਜ ਜੀ ਦਾ ਚਰਨਾਂ ਦਾ ਜੋੜਾ ਉੱਥੇ ਸੁਸ਼ੋਭਿਤ ਹੈ। ਗੁਰੂ ਕਾ ਬਾਗ ਸਥਾਨ ਜਿਹੜਾ, ਇਸੇ ਸਥਾਨ ਤੇ ਸਤਿਗੁਰੂ ਨਦੀ ਦੇ ਕੰਢੇ ਤੇ ਬਿਰਾਜਮਾਨ ਹੋਏ ਸਨ ਤੇ ਬਹੁਤ ਪੰਡਤ ਇਕੱਤਰ ਹੋ ਕੇ ਸਤਿਗੁਰੂ ਜੀ ਦੇ ਪਾਸ ਆਏ ਸਨ, ਜਿਨ੍ਹਾਂ ਦੇ ਵਿੱਚ ਗੋਪਾਲ ਦੱਤ ਨਾਮ ਦਾ ਪੰਡਤ ਵੀ ਆਇਆ ਸੀ। ਉਹਨੇ ਵੀ ਆ ਕੇ ਮਹਾਰਾਜ ਜੀ ਨੂੰ ਕਿਹਾ ਸੀ ਕਿ ਸਾਡੇ ਨਾਲ ਚਰਚਾ ਕਰੋ, ਕਿਉਂਕਿ ਇਹ ਬਹੁਤ ਵਿਦਿਆ ਇਹਨੇ ਪੜ੍ਹੀ ਹੋਈ ਸੀ। ਤੇ ਜਦੋਂ ਗੁਰੂ ਜੀ ਨੂੰ ਆ ਕੇ ਕਹਿਣ ਲੱਗਾ, ਕਿੰਗ ਪੁਰਖ ਅਧਿਅਤੰ, ਕਿਹੜੀਆਂ ਕਿਹੜੀਆਂ ਪੁਸਤਕਾਂ ਦਾ ਤੁਸੀਂ, ਕਿੰਗ ਪੁਸਤ ਅਧਿਅਤੰ, ਕਿਹੜੀਆਂ ਪੁਸਤਕਾਂ ਦਾ ਅਧਿਐਨ ਕੀਤਾ ਹੈ। ਗੁਰਦੇਵ ਕਹਿਣ ਲੱਗੇ, ਅਸੀਂ ਤਾਂ ਫਕੀਰ ਲੋਕ ਹਾਂ, ਕੁਝ ਦਿਨ ਇੱਥੇ ਅਸੀਂ ਟਿਕਾਣਾ ਕਰਨਾ ਹੈ। ਤੇ ਗੋਪਾਲ ਦੱਤ ਜਿਹੜਾ ਪੰਡਤ ਸੀ, ਇਹਨੂੰ ਵਿਦਿਆ ਦਾ ਬੜਾ ਮਾਣ ਸੀ ਤੇ ਕਹਿਣ ਲੱਗਾ ਕਿ ਜੇ ਤੁਸੀਂ ਵੇਦ ਸ਼ਾਸਤਰ ਹੀ ਨਹੀਂ ਪੜ੍ਹੇ ਤੇ ਫਿਰ ਇੱਥੇ ਕਾਂਸ਼ੀ 'ਚ ਕੀ ਕਰਦੇ ਹੋ, ਇੱਥੋਂ ਚਲੇ ਜਾਓ, ਤੇ ਜੇ ਇੱਥੇ ਰਹਿਣਾ ਹੈ ਤੇ ਫਿਰ ਸਾਡੇ ਨਾਲ ਚਰਚਾ ਕਰੋ। ਸਤਿਗੁਰਾਂ ਦੇ ਨੇੜੇ ਇੱਕ ਕੂਕਰ ਮਰਿਆ ਪਿਆ ਸੀ। ਜਦੋਂ ਮਹਾਰਾਜ ਇੱਥੇ ਆਏ ਸਨ ਤੇ ਭਾਈ ਮਰਦਾਨੇ ਨੇ ਕਿਹਾ ਸੀ, ਸਤਿਗੁਰੂ ਇਹ ਜਗ੍ਹਾ ਚੰਗੀ ਨਹੀਂ। ਤੇ ਗੁਰਦੇਵ ਕਹਿਣ ਲੱਗੇ, ਸਾਰੀ ਧਰਤੀ ਸਾਰੀ ਜਗ੍ਹਾ ਹੀ ਪ੍ਰਭੂ ਦੀ ਰਚੀ ਹੋਈ ਹੈ, ਜਿੱਥੇ ਬੈਠ ਜਾਈਏ ਉਹ ਜਗ੍ਹਾ ਚੰਗੀ ਹੋ ਜਾਂਦੀ। ਉਹ ਮਰੇ ਕੁੱਤੇ ਵਾਲੇ ਇਸ਼ਾਰਾ ਕਰਕੇ ਸਤਿਗੁਰੂ ਪੰਡਤਾਂ ਨੂੰ ਕਹਿਣ ਲੱਗੇ ਕਿ ਜਾਓ, ਜੇ ਚਰਚਾ ਹੀ ਕਰਨੀ ਹੈ ਤੇ ਇਸ ਦੇ ਨਾਲ ਕਰੋ। ਸੁਣ ਕੇ ਬੜੇ ਹੈਰਾਨ ਹੋਏ। ਸਤਿਗੁਰਾਂ ਨੇ ਭਾਈ ਮਰਦਾਨੇ ਨੂੰ ਕਿਹਾ ਕਿ ਸਤਿਨਾਮ ਵਾਹਿਗੁਰੂ ਕਹਿ ਕੇ ਇਹਦੇ ਤੇ ਜਲ ਛਿੜਕੋ। ਜਦੋਂ ਇਸੇ ਤਰ੍ਹਾਂ ਕੀਤਾ ਤੇ ਉਹ ਕੁੱਤਾ ਜਿਹੜਾ ਸੀ ਸਤਿਗੁਰਾਂ ਦੇ ਕੋਲ ਆਇਆ ਤੇ ਗੁਰਦੇਵ ਕਹਿਣ ਲੱਗੇ, ਤੇਰਾ ਭਾਈਚਾਰਾ ਆਇਆ, ਇਹਨਾਂ ਦੇ ਨਾਲ ਚਰਚਾ ਕਰ। ਇਹ ਗੱਲ ਸੁਣ ਕੇ
ਗੋਪਾਲ ਦੱਤ ਦੇ ਨਾਲ ਪੰਡਤ ਬੜੇ ਹੈਰਾਨ ਵੀ ਹੋਏ ਤੇ ਸੁਣ ਕੇ ਬੜੇ ਗੁੱਸੇ 'ਚ ਵੀ ਆਏ। ਹੈਰਾਨੀ ਇਸ ਗੱਲ ਦੀ ਸੀ ਕਿ ਇਹ ਕੌਤਕ ਜਿਹੜਾ ਇਹਨਾਂ ਨੇ ਵਰਤਾਇਆ, ਮਰਿਆ ਕੂਕਰ ਜੀਵਤ ਕੀਤਾ ਹੈ। ਗੁੱਸਾ ਇਸ ਗੱਲ ਦਾ ਸੀ ਕਿ ਸਾਨੂੰ ਪੰਡਤਾਂ ਨੂੰ ਕਿਹਾ ਕਿ ਸਾਡੇ ਵੱਲ ਇਸ਼ਾਰਾ ਕਰਕੇ ਇਹਨਾਂ ਕਿਹਾ ਕਿ ਤੇਰਾ ਭਾਈਚਾਰਾ ਆਇਆ, ਤੇ ਉਸ ਵੇਲੇ ਕਹਿਣ ਲੱਗੇ ਮਹਾਰਾਜ ਇਹ ਗੱਲ ਕਿਉਂ ਕਹੀ ਹੈ? ਸਤਿਗੁਰੂ ਜੀ ਕਹਿਣ ਲੱਗੇ ਆਪੇ ਕੂਕਰ ਇਹ ਕੁੱਤਾ ਹੀ ਤੁਹਾਨੂੰ ਦੱਸੇਗਾ। ਉਸ ਵੇਲੇ ਗੋਪਾਲ ਦੱਤ ਨੇ ਜਦੋਂ ਪੁੱਛਿਆ ਕਿ ਕਿੰਗ ਪੁਸਤ ਅਦਿਤੰ, ਤੇ ਅੱਗੋਂ ਨੇ ਉੱਤਰ ਦਿੱਤਾ ਸੀ ਸਰਬ ਪੁਸਤ ਅਦਿਤੰ, ਕਿ ਮੈਂ ਤੇਰੇ ਨਾਲੋਂ 4 ਅੱਖਰ ਵੱਧ ਪੜ੍ਹਿਆ। ਤੇ ਗੋਪਾਲ ਦੱਤ ਕਹਿਣ ਲੱਗਾ ਕਿ ਤੂੰ ਸਾਡਾ ਭਾਈਚਾਰਾ ਕਿਸ ਤਰ੍ਹਾਂ? ਤੇ ਅੱਗੋਂ ਬੋਲ ਕੇ ਕਹਿੰਦਾ ਕਿ ਭਾਈਚਾਰਾ ਹੋਵਾਂਗਾ ਦੂਜਿਆਂ ਦਾ, ਤੇਰਾ ਤੇ ਮੈਂ ਦਾਦਾ ਹਾਂ ਬਿਸ਼ਨ ਦੱਤ। ਸੁਣ ਕੇ ਉਹ ਗੋਪਾਲ ਦੱਤ ਬੜਾ ਹੈਰਾਨ ਹੋਇਆ, ਕਹਿਣ ਲੱਗਾ ਜੇ ਤੂੰ ਮੇਰਾ ਦਾਦਾ ਬਿਸ਼ਨ ਦੱਤ ਹੈ ਤੇ ਕੁੱਤੇ ਦੀ ਜੂਨ 'ਚ ਕਿਸ ਤਰ੍ਹਾਂ ਪਿਆ? ਕਹਿੰਦਾ ਤੇਰੇ ਨਾਲੋਂ ਵੱਧ ਵਿਦਿਆ ਪੜ੍ਹੀ ਸੀ ਤੇ ਮੈਂ ਚਰਚਾ ਦੇ ਵਿੱਚ ਸਾਰਿਆਂ ਨੂੰ ਜਿੱਤ ਲੈਂਦਾ ਸੀ, ਤੇ ਜਿਹੜਾ ਕਾਂਸ਼ੀ ਦੇ ਵਿੱਚ ਆ ਕੇ ਹਾਰ ਜਾਂਦਾ ਤੇ ਉਹਦੇ ਕੱਪੜੇ ਉਤਰਵਾ ਕੇ ਉਹਦੀ ਬੇਇੱਜ਼ਤੀ ਕਰਦਾ ਸੀ। ਇੱਥੇ ਇੱਕ ਕੋਈ ਪੂਰਨ ਮਹਾਂਪੁਰਖ ਸਾਧੂ ਆਏ, ਉਹਨਾਂ ਨੂੰ ਬਾਰ-ਬਾਰ ਮੈਂ ਚਰਚਾ ਕਰਨ ਦੇ ਵਾਸਤੇ ਜਿਹੜਾ ਸੀ ਉਹ ਹੱਠ ਕਰਦਾ ਰਿਹਾ, ਤੇ ਉਹ ਉੱਠ ਕੇ ਚਲੇ ਜਾਂਦੇ ਰਹੇ ਤੇ ਪਿੱਛੇ ਹੀ ਮੈਂ ਜਾਂਦਾ ਰਿਹਾ। ਜਦ ਨਾ ਹਟਿਆ ਤੇ ਉਹਨਾਂ ਨੇ ਇਹੋ ਵਾਕ ਕਿਹਾ ਸੀ ਕਿਉਂ ਕੁੱਤੇ ਵਾਂਗੂ ਭੌਂਕੀ ਜਾਂਦਾ? ਬਸ ਉਹ ਕਮਾਈ ਵਾਲੇ ਸਨ, ਇੱਕ ਸਾਧ ਬਚਨ ਹਟਲਾਦਾ, ਉਹਨਾਂ ਦੇ ਬਚਨ ਕਹਿਣ ਦੇ ਨਾਲ ਮੈਨੂੰ ਕੂਕਰ ਦੀ ਜੂਨ ਮਿਲੀ ਹੈ, ਤੇ ਮੈਨੂੰ ਤੁਹਾਡਾ ਡਰ ਲੱਗ ਰਿਹਾ ਹੈ ਕਿ ਤੁਸੀਂ ਕਿਹੜੀ ਜੂਨਾਂ 'ਚ ਪਾਓਗੇ। ਇਹ ਸੁਣ ਕੇ ਜਿਹੜਾ ਗੋਪਾਲ ਦੱਤ ਸੀ ਉਸੇ ਵਕਤ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨੀ ਟਹਿ ਪਿਆ। ਸਤਿਗੁਰਾਂ ਨੇ ਰਹਿਮਤ ਕੀਤੀ। ਬਿਸ਼ਨ ਦੱਤ ਨੇ ਕਿਹਾ ਕਿ ਮਹਾਰਾਜ ਤੁਸੀਂ ਕਿਰਪਾ ਕੀਤੀ ਹੈ, ਦਰਸ਼ਨ ਦਿੱਤੇ ਨੇ, ਮੈਨੂੰ ਮੁਕਤੀ ਦਿਓ। ਸਤਿਗੁਰਾਂ ਨੇ ਰਹਿਮਤ ਕੀਤੀ, ਮਿਹਰ ਦੀ ਦ੍ਰਿਸ਼ਟੀ ਪਾਈ, ਆਮੇ ਦ੍ਰਿਸ਼ਟ ਸ਼ੁਭ ਕਰੈ ਹਰੈ ਅਗ ਪਾਪ ਸਕਲ ਮਲ। ਬਿਸ਼ਨ ਦੱਤ ਦਾ ਉਧਾਰ ਕੀਤਾ। ਫਿਰ ਗੋਪਾਲ ਦੱਤ ਨੇ ਕਿਹਾ ਸੀ ਸਤਿਗੁਰੂ ਸਾਡੇ ਅੰਦਰ ਬੜੇ ਵਿਕਾਰ ਨੇ, ਸਾਡਾ ਅੰਦਰ ਵਿਦਿਆ ਦੇ ਹੰਕਾਰ ਦੇ ਨਾਲ ਭਰਿਆ ਹੈ, ਆਪ ਕਿਰਪਾ ਕਰਕੇ ਸਾਨੂੰ ਉਪਦੇਸ਼ ਦੇਵੋ। ਸਤਿਗੁਰੂ ਜੀ ਨੇ ਜਿਹੜੇ ਸ਼ਲੋਕ ਉਚਾਰਨ ਕੀਤੇ ਉਹ ਆਪਾਂ ਸਹਿਸਕ੍ਰਿਤੀ ਦੇ ਵਿੱਚ ਪੜ੍ਹਦੇ ਹਾਂ। ਪੜ੍ਹ ਪੁਸਤਕ ਸੰਧਿਆ ਬਾਦੰ, ਸਿਲ ਪੂਜਸ ਬਗਲ ਸਮਾਦੰ, ਮੁਖ ਝੂਠ ਬਿਭੂਖਨ ਸਾਰੰ, ਤ੍ਰੈ ਪਾਲ ਤਿਹਾਲ ਵਿਚਾਰੰ, ਗਲ ਮਾਲਾ ਤਿਲਕ ਲਲਾਟੰ, ਦੋਇ ਧੋਤੀ ਬਸਤਰ ਕਪਾਟੰ, ਜੋ ਜਾਨਸ ਬ੍ਰਹਮੰ ਕਰਮੰ, ਸਭ ਫੋਕਟ ਨਿਸ਼ਚਉ ਕਰਮੰ, ਕਹੂ ਨਾਨਕ ਨਿਸ਼ਚਉ ਧਿਆਵੈ, ਵਿਣ ਸਤਿਗੁਰ ਬਾਟ ਨਾ ਪਾਵੈ। ਇਹ ਪਾਵਨ ਸ਼ਲੋਕ ਉਚਾਰਨ ਕਰਕੇ ਮਹਾਰਾਜ ਜੀ ਨੇ ਇਹਨਾਂ ਅੰਦਰ ਵੀ ਪ੍ਰਭੂ ਦੀ ਪ੍ਰੇਮਾ ਭਗਤੀ ਦੀ ਜਾਗ ਲਾਈ ਸੀ। ਇਹਦੀ ਉਥਾਨਕਾ ਵੀ ਇਹੋ ਆਪਾਂ ਪੜ੍ਹਦੇ ਹਾਂ ਜੋ ਆਪਾਂ ਕੱਲ ਦੇ ਦੀਵਾਨਾਂ 'ਚ ਵਿਚਾਰ ਸਰਵਣ ਕੀਤੀ ਸੀ। ਸਾਰੇ ਪੰਡਤ ਮਹਾਰਾਜ ਦੇ ਚਰਨੀ ਆ ਕੇ ਪਏ ਹਨ, ਕਹਿਣ ਲੱਗੇ ਕਿ ਆਪ ਪੂਰਨ ਮਹਾਂਪੁਰਖ ਹੋ, ਤੁਹਾਡਾ ਜਸ ਅਸੀਂ ਕੰਨੀ ਸੁਣਿਆ ਹੈ, ਆਪ ਕਿਰਪਾ ਕਰਕੇ ਸਾਨੂੰ ਉਪਦੇਸ਼ ਦਿਓ, ਕਿਉਂਕਿ ਵੇਦਾਂ ਨੂੰ ਸ਼ਾਸਤਰਾਂ ਨੂੰ ਪੜ੍ਹ ਕੇ ਹਲੇ ਤੱਕ ਸਾਡੇ ਮਨ ਸ਼ਾਂਤ ਨਹੀਂ ਹੋਏ। ਤੇ ਸਤਿਗੁਰੂ ਜੀ ਇਹ ਮਹਾਰਾਜ ਜੀ ਨੇ ਇਹਨਾਂ ਨੂੰ ਉੱਤਰ ਦਿੱਤਾ ਸੀ ਕਿ ਸ਼ਾਂਤ ਤਾਂ ਹੋਣਗੇ ਜੇ ਅੰਦਰੋਂ ਤੁਸੀਂ ਸ਼ੁੱਧ ਹੋਵੋਗੇ, ਪਵਿੱਤਰ ਹੋਵੋਗੇ। ਜੇ ਅੰਦਰ ਹੀ ਵਿਕਾਰਾਂ ਦੇ ਨਾਲ ਭਰੇ ਹਨ ਤੇ ਫਿਰ ਇਹ ਕੇਵਲ ਪੜ੍ਹਨਾ ਤੇ ਪੜ੍ਹਾਉਣਾ ਇਹ ਲੋਕ ਦਿਖਾਵੇ ਦਾ ਕਰਮ ਕਰ ਰਹੇ ਹੋ। ਮਹਾਰਾਜ ਜੀਆਂ ਨੇ ਸ੍ਰੀ ਰਾਗ ਦੇ ਵਿੱਚ ਪਾਵਨ ਸ਼ਬਦ ਉਚਾਰਨ ਕੀਤਾ ਹੈ। ਲੱਭ ਕੁੱਤਾ ਕੂੜ ਚੂਹੜਾ ਠੱਗ ਖਾਦਾ ਮੁਰਦਾਰ, ਪਰ ਨਿੰਦਾ ਪਰ ਮਲ ਮੁਖ ਸੁਧੀ, ਅਗਨ ਕ੍ਰੋਧ ਚੰਡਾਲ, ਰਸ ਕਸ ਆਪ ਸਲਾਹਣਾ, ਇਹ ਕਰਮ ਮੇਰੇ ਕਰਤਾਰ। ਬਾਬਾ ਬੋਲੀਐ ਪਤ ਹੋਏ, ਊਤਮ ਸੇ ਦਰ ਊਤਮ ਕਹੀ ਹੈ, ਨੀਚ ਕਰਮ ਬਹਿ ਰੋਏ। ਇਹ ਪਾਵਨ ਸ਼ਲੋਕ ਉਚਾਰਨ ਕਰਕੇ ਸਤਿਗੁਰੂ ਜੀ ਨੇ ਸਿੱਖਿਆ ਦਿੱਤੀ ਹੈ। ਜਿਸ ਤਰ੍ਹਾਂ ਮਹਾਰਾਜ ਕਾਂਸ਼ੀ ਦੇ ਇਹਨਾਂ ਪਾਂਡਿਆਂ ਨੂੰ ਉਪਦੇਸ਼ ਦੇਣਗੇ, ਉਸ ਤੋਂ ਬਾਅਦ ਸਤਿਗੁਰੂ ਇੱਥੋਂ ਜਗਨਨਾਥਪੁਰੀ ਜਿਹੜਾ ਇਲਾਕਾ ਉੜੀਸਾ ਦੇ ਵਿੱਚ ਹੈ ਉੱਥੇ ਜਾਣਗੇ, ਪਾਵਨ ਉਪਦੇਸ਼ ਉੱਥੇ ਦੇਣਗੇ। ਉਸ ਤੋਂ ਬਾਅਦ ਉਹਦੇ ਨੇੜੇ ਹੀ ਜੰਗਲਾਂ ਦੇ ਵਿੱਚ ਨਿਵਾਸ ਰੱਖਣਗੇ, ਜਿੱਥੇ ਕਲਯੁਗ ਆ ਕੇ ਮਿਲੇਗਾ ਉਹਦੇ ਲੱਛਣ ਵੀ ਦੱਸਣਗੇ। ਇਹ ਵਿਚਾਰ ਅੱਗੇ ਆ ਰਹੀ ਹੈ। ਆਓ ਮਨ ਬਿਰਤੀਆਂ ਗੁਰੂ ਚਰਨਾਂ ਵਿੱਚ ਇਕਾਗਰ ਕਰੀਏ। ਸਤਿਗੁਰੂ ਸਾਹਿਬ ਜੀ ਦੀ ਜੋ ਅੰਮ੍ਰਿਤਮਈ ਜੀਵਨ ਕੌਤਕਾਂ ਦੀ ਕਥਾ ਹੈ, ਇਸ ਅੰਮ੍ਰਿਤ ਨੂੰ ਕੰਨਾਂ ਨੂੰ ਡੂਨੇ ਬਣਾ ਕੇ ਪੀਣਾ ਕਰੀਏ। ਆਪ ਸਮੁੱਚੀ ਸੰਗਤ ਦਿਓ ਅਸੀਸ, ਰਸਨਾ ਕਰੋ ਪਵਿੱਤਰ।
ਪ੍ਰੇਮ ਸਤਿਕਾਰ ਸਹਿਤ ਉਚਾਰਨ ਕਰੋ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਮਨ ਕੇ ਮਨ ਸਭ ਹਵੈ ਸੁਨਹੁ ਰਹੇ ਬਿਸੈ ਲਪਟਾਏ। ਗੁਰਦੇਵ ਕਹਿਣ ਲੱਗੇ ਆਪਣੇ ਮਨ ਦੇ ਇਨਸਾਫੀ ਹੋ ਕੇ ਗੱਲ ਸੁਣੋ, ਕੀ ਵਿਚਾਰ ਕਰਕੇ ਦੇਖੋ ਕਿ ਸਾਡੇ ਅੰਦਰ ਜਿਹੜੇ ਨੇ ਉਹ ਵਿਸ਼ਿਆਂ ਦੇ ਨਾਲ ਭਰੇ ਨਹੀਂ ਹਨ। ਆਪਾਂ ਕਹਿੰਦੇ ਆ ਕਿ ਸੁਣਨ ਦੇ ਨਾਲ ਪੜਨ ਦੇ ਨਾਲ ਸਾਡਾ ਮਨ ਟਿਕਾ ਵਿੱਚ ਨਹੀਂ ਆਇਆ, ਮਨ ਪ੍ਰਭੂ ਭਗਤੀ ਵਿੱਚ ਜੁੜਿਆ ਕਿਉਂ ਨਹੀਂ? ਕਾਰਨ ਇਹੋ ਹੈ ਕਿ ਮਨ ਜਿਹੜੇ ਹਨ ਉਹ ਵਿਸ਼ਿਆਂ ਦੇ ਵਿੱਚ ਲੱਗੇ ਹੋਏ ਨੇ। ਮਨ ਤਾਂ ਜਿਹੜਾ ਹੈ ਉਹ ਇਹਨਾਂ ਰਸਾਂ ਦੇ ਵਿੱਚ ਫਸਿਆ ਹੋਇਆ ਹੈ। ਰਸ ਸੁਇਨਾ ਰਸ ਰੂਪਾ ਕਾਮਨ ਰਸ ਪਰਮਲ ਕੀ ਵਾਸ, ਰਸ ਘੋੜੇ ਰਸ ਸੇਜਾ ਮੰਦਰ ਰਸ ਮੀਠਾ ਰਸ ਮਾਸ, ਏਤੇ ਰਸ ਸਰੀਰ ਕੇ ਕਹਿ ਘਟ ਨਾਮ ਨਿਵਾਸ। ਕੀ ਅੰਦਰ ਕਦੇ ਨਾਮ ਦਾ ਰਸ ਲੈਣ ਦਾ ਵੀ ਆਪਾਂ ਯਤਨ ਕੀਤਾ ਹੈ? ਕੇਵਲ ਪੜ੍ਹਦੇ ਸੁਣਦੇ ਤਾਂ ਹਾਂ, ਪਰ ਰਸ ਲੈਣ ਦਾ ਯਤਨ ਨਹੀਂ ਕਰਦੇ। ਜਿਸ ਤਰ੍ਹਾਂ ਪਦਾਰਥਾਂ ਵਿੱਚੋਂ, ਵਸਤੂਆਂ ਵਿੱਚੋਂ, ਮਹਿਲ ਮਾੜੀਆਂ ਵਿੱਚੋਂ ਆਪਾਂ ਰਸ ਲੈਨੇ ਆ, ਕੀ ਕਦੇ ਆਪਾਂ ਨਾਮ ਦੇ ਵਿੱਚੋਂ ਰਸ ਲੈਣ ਦਾ ਯਤਨ ਕੀਤਾ ਹੈ? ਤਾਹੀਂ ਕੇ ਰਸ ਮਹਿ ਫਸੇ। ਇਹਨਾਂ ਫਜ਼ੂਲ ਰਸਾਂ ਦੇ ਵਿੱਚ ਸਾਡੇ ਮਨ ਫਸੇ ਹੋਏ ਨੇ। ਨਹੀਂ ਨਾਮ ਰਸ ਆਏ। ਇਸੇ ਕਰਕੇ ਸਾਨੂੰ ਨਾਮ ਦੇ ਵਿੱਚੋਂ, ਸੰਗਤ ਵਿੱਚੋਂ, ਬਾਣੀ ਵਿੱਚੋਂ, ਕਥਾ ਕੀਰਤਨ ਚੋਂ ਰਸ ਨਹੀਂ ਆ ਰਹੇ। ਉਹ ਵਿਰਲੇ ਹਨ ਜਿਨ੍ਹਾਂ ਨੇ ਇਹਨਾਂ ਰਸਾਂ ਦਾ ਤਿਆਗ ਕੀਤਾ ਹੈ, ਉਹਨਾਂ ਨੂੰ ਨਾਮ ਦੇ ਵਿੱਚੋਂ ਰਸ ਆਉਣ ਲੱਗ ਪੈਂਦਾ ਹੈ। ਇਹ ਰਸ ਛੱਡ ਹੈ, ਉਹ ਰਸ ਆਵਾ। ਜਦੋਂ ਮਨ ਕਰਕੇ ਰਸ ਤਿਆਗ ਦਿੱਤੇ ਫਿਰ ਨਾਮ ਦੇ ਵਿੱਚੋਂ ਵੀ ਰਸ ਆਉਂਦਾ ਹੈ। ਹਲੇ ਤਾਂ ਮਨ ਵਿਸ਼ਿਆਂ ਦਾ ਰਸ ਲੈ ਰਿਹਾ ਹੈ ਤੇ ਨਾਮ ਦੇ ਵਿੱਚੋਂ ਰਸ ਕਿਸ ਤਰ੍ਹਾਂ ਆਵੇ? ਚੌਪਈ ਪੜਨ ਪ੍ਰਕਾਰ ਦੋਏ ਕੋ ਜਾਨੋ। ਗੁਰਦੇਵ ਕਹਿਣ ਲੱਗੇ ਹੁਣ ਸੁਣੋ, ਦੋ ਪ੍ਰਕਾਰ ਦਾ ਪੜਨਾ ਹੈ। ਪੜਦੇ ਤਾਂ ਹਾਂ, ਪਰ ਇਹ ਗੱਲ ਵੱਲ ਵੀ ਧਿਆਨ ਦਈਏ ਕਿ ਦੋ ਪ੍ਰਕਾਰ ਦਾ ਪੜਨਾ ਹੈ। ਪਟੇ ਬਾਜ ਇੱਕ ਸੂਰ ਪਰਮਾਨੋ। ਤੇ ਦੋ ਪ੍ਰਮਾਣ ਸਤਿਗੁਰਾਂ ਨੇ ਇੱਥੇ ਦਿੱਤੇ ਹਨ। ਜਿਹੜੀ ਸ਼ਸਤਰ ਵਿਦਿਆ ਹੈ, ਇੱਕ ਤਾਂ ਪਟੇਬਾਜ਼ ਕੋਲ ਹੁੰਦੀ ਹੈ ਜਿਹੜਾ ਲੋਕ ਦਿਖਾਵਾ ਕਰਦਾ ਹੈ, ਲੋਕਾਂ ਨੂੰ ਸ਼ਸਤਰ ਦਾ ਪ੍ਰਦਰਸ਼ਨ ਦਿਖਾ ਕੇ ਕੇਵਲ ਆਪਣੇ ਪੇਟ ਦੀ ਪੂਰਤੀ ਕਰਦਾ ਹੈ। ਸ਼ਸਤਰ ਤਾਂ ਉਹ ਵੀ ਚਲਾਉਂਦਾ ਹੈ, ਪਰ ਨਾ ਤੇ ਉਹ ਅਗਲੇ ਦੇ ਤਨ ਨੂੰ ਲੱਗਣ ਦਿੰਦਾ ਹੈ ਤੇ ਨਾ ਆਪਣੇ ਤਨ ਤੇ ਵਾਰ ਲੱਗਣ ਦਿੰਦਾ ਹੈ। ਤੇ ਦੂਸਰਾ ਜਿਹੜਾ ਹੈ ਉਹ ਸੂਰਮਾ ਹੈ। ਸੂਰਮਾ ਰਣ ਭੂਮੀ ਦੇ ਵਿੱਚ ਜਾ ਕਰਕੇ ਜੂਝਦਾ ਹੈ। ਜਿੰਨੇ ਮਰਜ਼ੀ ਅੱਗੇ ਵੈਰੀ ਚੜ੍ਹ ਕੇ ਆ ਜਾਣ ਤੇ ਆਪਣੀ ਤਲਵਾਰ ਦੇ ਨਾਲ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੰਦਾ ਹੈ। ਗੁਰਦੇਵ ਕਹਿੰਦੇ ਦੋ ਪ੍ਰਕਾਰ ਦੀ ਸ਼ਸਤਰ ਵਿਦਿਆ, ਦੋ ਤਰ੍ਹਾਂ ਦਾ ਸ਼ਸਤਰ ਚਲਾਉਣਾ ਹੈ। ਇੱਕ ਪਟੇਬਾਜ਼ੀ ਵਾਲਾ, ਲੋਕ ਦਿਖਾਵੇ ਵਾਲਾ, ਤੇ ਇੱਕ ਸੂਰਮੇ ਦਾ ਚਲਾਉਣਾ ਹੈ। ਇੱਕ ਹੀ ਨਿਸਫਲ ਝੂਠੀ ਲਖਨੀ। ਤੇ ਇੱਕ ਦੀ ਜਿਹੜੀ ਵਿਦਿਆ ਹੈ ਉਹ ਲੋਕ ਦਿਖਾਵੇ ਵਾਸਤੇ ਹੈ, ਉਹ ਝੂਠੀ ਹੈ। ਭਾਵ ਲੋਕਾਂ ਦੇ ਅੱਖਾਂ ਅੱਗੇ ਕਈ ਵਾਰੀ ਉਹ ਪਰਦੇ ਪਾ ਦਿੰਦੇ ਨੇ ਪਟੇਬਾਜ਼ ਜਿਹੜੇ ਹੁੰਦੇ ਨੇ, ਤੇ ਇਸ ਤਰ੍ਹਾਂ ਸ਼ਸਤਰ ਚਲਾਉਂਦੇ ਨੇ ਕਿ ਜਿਸ ਤਰ੍ਹਾਂ ਦੂਜੇ ਤੇ ਵਾਰ ਕਰਨ ਲੱਗੇ ਜਾਂ ਆਪਣੇ ਤਨ ਤੇ ਵਾਰ ਲੈ ਰਹੇ ਨੇ, ਪਰ ਉਹ ਕੇਵਲ ਲੋਕ ਦਿਖਾਵਾ ਕਰ ਰਹੇ ਹਨ। ਹੋਤ ਸਫਲ ਦੂਸਰ ਸਿੱਖ ਸਿੱਖਨੀ। ਪਰ ਦੂਜੇ ਦੀ ਵਿਦਿਆ ਸਿੱਖੀ ਹੋਈ ਸਫਲੀ ਹੈ, ਜਿਹੜੀ ਵਿਦਿਆ ਸੂਰਮੇ ਨੇ ਸਿੱਖੀ ਹੈ। ਪਟੇਬਾਜ਼ ਇਹ ਭਾਂਤ ਚਲਾਵੈ ਹੈ। ਤੇ ਜਿਹੜੇ ਪਟੇਬਾਜ਼ ਹਨ ਉਹ ਇਸ ਤਰ੍ਹਾਂ ਸ਼ਸਤਰ ਚਲਾਉਂਦੇ ਹਨ ਜੈਸੇ ਅੰਗ ਸ਼ੋਹਨ ਨਹੀਂ ਪਾਵੈ ਹੈ। ਉਹਨਾਂ ਦਾ ਸ਼ਸਤਰ ਚਲਾਇਆ ਅੰਗ ਨੂੰ ਛੋਹ ਨਹੀਂ ਸਕਦਾ। ਦਿਖਾਵੇ ਮਾਤਰ ਤਾਂ ਕਈ ਸ਼ਸਤਰ ਚਲਾ ਲੈਂਦੇ ਨੇ, ਪਰ ਕਿੰਨੇ ਕੁ ਹਨ ਜਿਹੜੇ ਸੂਰਮੇ ਰਣ ਭੂਮੀ ਦੇ ਵਿੱਚ ਜੂਝਦਿਆਂ ਹੋਇਆਂ ਸ਼ਹਾਦਤ ਦਾ ਜਾਮ ਪ੍ਰਾਪਤ ਕਰਦੇ ਨੇ, ਉਹ ਵਿਰਲੇ ਹਨ। ਗੁਰਦੇਵ ਕਹਿੰਦੇ ਨੇ ਜਿਹੜੇ ਪਟੇਬਾਜ਼ੀ ਹਨ, ਲੋਕ ਦਿਖਾਵੇ ਵਾਲੇ ਨੇ, ਉਹ ਇਸ ਤਰ੍ਹਾਂ ਸ਼ਸਤਰ ਚਲਾਉਂਦੇ ਨੇ ਤੇ ਆਪਣੇ ਤਨ ਦੇ ਉੱਤੇ ਵਾਰ ਨਹੀਂ ਲੱਗਣ ਦਿੰਦੇ। ਤਿਨ ਕੋ ਤਨ ਰਹਿ ਬਨਿਓ ਬਨਾਇਓ। ਉਹਨਾਂ ਦਾ ਜਿਹੜਾ ਸਰੀਰ ਹੈ ਉਸੇ ਤਰ੍ਹਾਂ ਕਾਇਮ ਰਹਿੰਦਾ ਹੈ। ਸ਼ਾਸਤਰ ਘਾਵ ਕੋ ਸ਼ੋਹਨ ਨਾ ਪਾਇਓ। ਸ਼ਸਤਰ ਦਾ ਜਿਹੜਾ ਜ਼ਖਮ ਹੈ ਉਹਨਾਂ ਦੇ ਤਨ ਨੂੰ ਨਹੀਂ ਲੱਗਦਾ। ਹੇਤ ਜੀਵ ਕਾ ਲੋਕ ਦਿਖਾਵਨ। ਜਿਹੜੀ ਪਟੇਬਾਜ਼ੀ ਹੈ ਇਹਨਾਂ ਦੀ ਕੇਵਲ ਸ਼ਸਤਰ ਚਲਾਉਣਾ ਲੋਕ ਦਿਖਾਵੇ ਕਰਕੇ ਤੇ ਆਪਣੇ ਪੇਟ ਦੀ ਪੂਰਤੀ ਵਾਸਤੇ ਚਲਾਉਂਦੇ ਹਨ। ਪੜਤ ਸੋ ਇੱਕ ਨਹਿ ਕਰਹਿ ਕਮਾਵਨ। ਗੁਰਦੇਵ ਕਹਿੰਦੇ ਹੁਣ ਇਹ ਪਹਿਲੇ ਪ੍ਰਕਾਰ ਦਾ ਪੜਨਾ, ਕੇਵਲ ਪੜਨਾ ਤੇ ਆਪਣੇ ਪੇਟ ਦੀ ਪੂਰਤੀ ਵਾਸਤੇ ਤੇ ਲੋਕਾਂ ਦੇ ਉੱਤੇ ਪ੍ਰਭਾਵ ਪਾਉਣ ਵਾਸਤੇ, ਕਿ ਲੋਕ ਇਹ ਜਾਣਨ ਕਿ ਬੜਾ ਵਿਦਵਾਨ ਹੈ। ਤੇ ਜਾਂ ਕਈ ਪੜ੍ਹਦੇ ਹਨ ਕਿ ਆਪਾਂ ਵਿਦਿਆ ਨੂੰ ਸੁਣਾਈਏ, ਵੱਧ ਤੋਂ ਵੱਧ ਪੜ੍ਹ ਕੇ
ਤੇ ਸਾਡੀ ਪੇਟ ਦੀ ਪੂਰਤੀ ਹੁੰਦੀ ਰਹੇ, ਸਾਡਾ ਗੁਜ਼ਾਰਾ ਵਜ਼ਾਰਾ ਚੱਲਦਾ ਰਹੇ। ਤੇ ਬਹੁਤੇ ਇਸ ਗੱਲ ਵੱਲ ਧਿਆਨ ਦਿੰਦੇ ਹਨ ਤੇ ਕਈ ਤਾਂ ਜੇ ਸਮਾਜ ਦੇ ਵਿੱਚ ਕੰਪੀਟੀਸ਼ਨ ਵੀ ਐਸੇ ਚੱਲ ਰਹੇ ਹਨ ਕਿ ਵੱਧ ਤੋਂ ਵੱਧ ਵਿੱਦਿਆ ਮੈਨੂੰ ਆ ਜਾਵੇ ਤੇ ਜਿਹਦੇ ਨਾਲ ਮੈਂ ਚੰਗੀ ਮੋਟੀ ਜਿਹੜੀ ਮਾਇਆ ਉਹਦੀ ਮੰਗ ਕਰ ਸਕਾਂ। ਗੁਰਦੇਵ ਕਹਿੰਦੇ ਪਹਿਲੇ ਪ੍ਰਕਾਰ ਦਾ ਪੜ੍ਹਨਾ ਹੈ ਕਿ ਕੇਵਲ ਲੋਕਾਂ ਦੇ ਉੱਤੇ ਪ੍ਰਭਾਵ ਪਾਉਣਾ ਜਾਂ ਆਪਣੀ ਕਲਾ ਦਿਖਾ ਕੇ ਤੇ ਆਪਣੇ ਪੇਟ ਦੀ ਪੂਰਤੀ ਕਰਨੀ ਉਸ ਦੇ ਨਾਲ। ਤਿਹ ਕੋ ਨਿਸਫਲ ਐਸੇ ਜਾਨੋ, ਉਹਨਾਂ ਦਾ ਪੜ੍ਹਨਾ ਕੇਵਲ ਇਸੇ ਤਰ੍ਹਾਂ ਨਿਸ਼ਫਲ ਜਾਂਦਾ ਹੈ ਜੈਸੇ ਘਨ ਜਲਹੀਨ ਪਛਾਨੋ। ਜਿਸ ਤਰ੍ਹਾਂ ਬੱਦਲ ਜਿਹੜੇ ਹਨ ਉਹ ਜਲਹੀਨ, ਕਈ ਵਾਰੀ ਬਹੁਤੇ ਬੱਦਲ ਚੜ੍ਹ ਕੇ ਆਉਂਦੇ ਨੇ, ਖੜਾਕ ਵੀ ਬੜਾ ਕਰਦੇ ਨੇ, ਪਰ ਉਹ ਧਰਤੀ ਦੇ ਉੱਤੇ ਉਹਨਾਂ ਦੇ ਨਾਲ ਮੀਂਹ ਨਹੀਂ ਪੈਂਦਾ, ਕੇਵਲ ਉਹ ਖੜਾਕ ਕਰਕੇ ਖਾਲੀ ਬੱਦਲ ਚਲੇ ਜਾਂਦੇ। ਗੁਰਦੇਵ ਕਹਿੰਦੇ ਜਿਹੜੇ ਕੇਵਲ ਲੋਕ ਦਿਖਾਵੇ ਵਾਸਤੇ ਪੜ੍ਹਦੇ ਨੇ, ਪੇਟ ਦੀ ਪੂਰਤੀ ਵਾਸਤੇ ਪੜ੍ਹਦੇ ਨੇ, ਉਹਨਾਂ ਦਾ ਪੜ੍ਹਨਾ ਇਸ ਤਰ੍ਹਾਂ ਨਿਸਫਲ ਜਾਂਦਾ ਹੈ ਜਿਸ ਤਰ੍ਹਾਂ ਬੱਦਲ ਪਾਣੀ ਤੋਂ ਬਿਨਾਂ ਪਾਣੀ ਤੋਂ ਸਖਣੇ ਆਉਂਦੇ ਹਨ। ਇੱਕ ਜੋ ਸੂਰ ਸੰਤ ਇਸ ਰੀਤੀ। ਹੁਣ ਦੂਜਾ ਸੂਰਮਾ ਜਿਹਨੇ ਸ਼ਸਤਰ ਵਿੱਦਿਆ ਸਿੱਖੀ ਹੈ ਤੇ ਉਹ ਸੂਰਮਾ ਜਿਹੜਾ ਹੈ ਉਹ ਰਣ ਭੂਮੀ ਦੇ ਵਿੱਚ ਜਾ ਕਰਕੇ ਜੂਝਦਾ ਹੈ, ਜਿਹਦੇ ਬਾਬਤ ਗੁਰੂ ਕਲਗੀਧਰ ਸਾਹਿਬ ਮਹਾਰਾਜ ਦੇ ਬਚਨ ਆਪਾਂ ਪੜ੍ਹਦੇ ਹਾਂ, ਅਤ ਹੀ ਰਣ ਮੈਂ ਤਬ ਜੂਝ ਮਰੋ। ਮਹਾਰਾਜ ਕਹਿੰਦੇ ਉਹ ਜਿਹੜੇ ਸੂਰਮੇ ਸੰਤ ਨੇ ਉਹਨਾਂ ਦਾ ਪੜ੍ਹਨਾ ਇਸ ਤਰ੍ਹਾਂ ਦਾ ਹੈ। ਪੜ੍ਹੈ ਸੁਨਹਿ ਸਤ ਸੰਗ ਸਪਰੀਤੀ। ਜਿਹੜੇ ਸੰਤ ਜਨ ਵਿਦਿਆ ਪੜ੍ਹਦੇ ਹਨ, ਸੁਣਦੇ ਨੇ, ਸੰਗਤ ਦੇ ਨਾਲ ਪ੍ਰੀਤੀ ਕਰਦੇ, ਉਹ ਪ੍ਰੇਮ ਦੇ ਨਾਲ ਪੜ੍ਹਦੇ ਹਨ। ਉਹਨਾਂ ਦੇ ਅੰਦਰ ਚਾਉ ਹੈ ਕਿ ਆਪਾਂ ਵੱਧ ਤੋਂ ਵੱਧ ਇਹ ਵਿਦਿਆ ਪੜ੍ਹੀਏ, ਵਿਦਿਆ ਵਿਚਾਰੀ ਤਾਂ ਪਰਉਪਕਾਰੀ। ਕਾਹਦੇ ਵਾਸਤੇ ਪੜ੍ਹਦੇ ਨੇ? ਪਰਉਪਕਾਰ ਵਾਸਤੇ ਪੜ੍ਹਦੇ ਹਨ ਤੇ ਇਸ ਤਰ੍ਹਾਂ ਦਾ ਪੜ੍ਹਨਾ ਮੁਬਾਰਕ ਹੈ। ਸੋ ਮਹਾਰਾਜ ਕਹਿੰਦੇ ਹਨ ਕਿ ਸੰਤ ਜਨ ਜੋ ਪੜ੍ਹਦੇ ਹਨ ਉਹ ਪ੍ਰੀਤੀ ਦੇ ਨਾਲ ਪੜ੍ਹਦੇ ਹਨ। ਜਾਣੈ ਵੱਡ ਗਿਆਨ ਅਰਾਤੀ। ਤੇ ਅਗਿਆਨ ਨੂੰ ਵੱਡਾ ਵੈਰੀ ਜਾਣਦੇ ਹਨ। ਤਿਹ ਕੋ ਹਨਨ ਕਰਹਿ ਪਲ ਭਾਂਤੀ। ਤੇ ਆਪਣੇ ਅਗਿਆਨ ਨੂੰ ਨਾਸ਼ ਕਰਨ ਵਾਸਤੇ ਪੜ੍ਹਦੇ ਹਨ। ਭੂਲ ਗਇਓ ਅਗਿਆਨ ਤੇ ਨਿਜ ਆਤਮੋ ਰੂਪ, ਤਾਹੀ ਕੋ ਫਿਰ ਜਾਣਬੋ ਗਿਆਨ ਕਹਿਤ ਕਵ ਭੂ। ਆਤਮ ਸਰੂਪ ਨੂੰ ਭੁੱਲ ਗਏ ਹਾਂ ਕਿਉਂਕਿ ਅੰਦਰ ਅਗਿਆਨਤਾ ਹੈ। ਵਿਦਿਆ ਨੂੰ ਪੜ੍ਹਨਾ, ਬ੍ਰਹਮ ਵਿਦਿਆ ਨੂੰ ਪੜ੍ਹ ਕੇ ਉਹਦਾ ਅਭਿਆਸ ਕਰਨਾ ਤੇ ਗਿਆਨ ਪ੍ਰਾਪਤ ਕਰਕੇ ਅਗਿਆਨਤਾ ਦਾ ਨਾਸ਼ ਕਰ ਦੇਣਾ, ਅਸਲ ਵਿੱਚ ਇਹ ਪੜ੍ਹਿਆ ਲਾਭਦਾਇਕ ਹੈ। ਜੇ ਪੜ੍ਹਿਆ ਕੇਵਲ ਲੋਕਾਂ ਨੂੰ ਸੁਣਾਉਣ ਦੇ ਲਈ, ਪੇਟ ਦੀ ਪੂਰਤੀ ਵਾਸਤੇ, ਉਹ ਤਾਂ ਇਸ ਤਰ੍ਹਾਂ ਜਿਸ ਤਰ੍ਹਾਂ ਬੱਦਲ ਆਏ ਪਰ ਮੀਂਹ ਨਹੀਂ ਪਿਆ। ਮਹਾਰਾਜ ਕਹਿੰਦੇ ਇਹਨਾਂ ਦਾ ਪੜ੍ਹਨਾ ਕੇਵਲ ਪੇਟ ਦੀ ਪੂਰਤੀ ਦੇ ਲਈ ਹੈ। ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ, ਨਹੀਂ ਹਰ ਹਰ ਭੀਜੈ ਰਾਮ ਰਾਜੇ। ਕਿ ਅੰਦਰ ਨਹੀਂ ਭਿੱਜਿਆ, ਕੇਵਲ ਲੋਕਾਂ ਨੂੰ ਸੁਣਾਇਆ, ਲੋਕਾਂ ਤੇ ਪ੍ਰਭਾਵ ਪਾਇਆ ਪਰ ਆਪਣਾ ਅੰਦਰ ਬਦਲਿਆ ਨਹੀਂ। ਪਰ ਦੂਜੇ ਉਹ ਸੰਤ ਜਨ ਹਨ ਜਿਹੜੇ ਪੜ੍ਹਦੇ ਹਨ ਪ੍ਰੀਤੀ ਦੇ ਨਾਲ ਤੇ ਅਗਿਆਨ ਨੂੰ ਵੱਡਾ ਵੈਰੀ ਜਾਣਦੇ ਹਨ। ਕਾਮ ਕ੍ਰੋਧ ਲੋਭ ਅਹੰਕਾਰਾ। ਕਾਮ ਕ੍ਰੋਧ ਲੋਭ ਅਹੰਕਾਰ ਨੂੰ ਇਹ ਤਿਹ ਅੰਗ ਸੋ ਕਰਹਿ ਪ੍ਰਹਾਰਾ। ਇਹ ਵੈਰੀ ਦੇ ਅੰਗ ਜਾਣਦੇ ਹਨ ਤੇ ਇਹਨਾਂ ਵਿਕਾਰਾਂ ਨੂੰ ਵਿਦਿਆ ਦੇ ਨਾਲ, ਬ੍ਰਹਮ ਵਿਦਿਆ ਦੇ ਨਾਲ ਨਾਸ਼ ਕਰਦੇ ਹਨ। ਸਤਿਗੁਰ ਸ਼ਬਦ ਸ਼ਾਸਤਰ ਜਿਨ ਕੇਰੇ। ਜਿਨ੍ਹਾਂ ਸੰਤ ਜਨਾਂ ਕੋਲ, ਸੂਰਮਿਆਂ ਕੋਲ ਗੁਰੂ ਦੇ ਸ਼ਬਦ ਰੂਪੀ ਸ਼ਸਤਰ ਹਨ, ਕਰਹਿ ਪ੍ਰਹਾਰ ਨ ਲਾਵਹਿ ਦੇਰੇ। ਇਹ ਸ਼ਬਦ ਰੂਪੀ ਸ਼ਸਤਰ ਦੇ ਨਾਲ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਵੈਰੀਆਂ ਦਾ ਨਾਸ਼ ਕਰਦੇ ਨੇ ਤੇ ਦੇਰੀ ਨਹੀਂ ਲਾਉਂਦੇ। ਜਿਹੜੇ ਸੰਤ ਜਨ ਵਾਹਿਗੁਰੂ 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 ਸ਼ਬਦ ਦਾ ਅਭਿਆਸ ਕਰਦੇ, ਇਹੋ ਹੀ ਸੰਤਾਂ ਦੇ ਕੋਲ ਸ਼ਸਤਰ ਹਨ। ਤੇ ਜਿਹੜੇ ਵਿਕਾਰ ਨੇ ਨਾ, ਇਹ ਵੈਰੀ ਹਨ। ਸ਼ਬਦ ਰੂਪੀ ਸ਼ਸਤਰ ਦੇ ਨਾਲ ਵਿਕਾਰਾਂ ਰੂਪੀ ਵੈਰੀਆਂ ਨੂੰ ਖਤਮ ਕਰ ਦਿੰਦੇ ਹਨ। ਨਿਤ ਪ੍ਰਤ ਛੇਦਹਿ ਸਨਮੁਖ ਹੋਈ। ਨਿਤ ਪ੍ਰਤ ਛੇਦਹਿ ਸਨਮੁਖ ਹੋਈ, ਇਹਨਾਂ ਵਿਕਾਰਾਂ ਦੇ ਸਾਹਮਣੇ ਹੋ ਕਰਕੇ ਇਹਨਾਂ ਦਾ ਨਾਸ਼ ਕਰਦੇ ਹਨ। ਸੂਰਨ ਕੀ ਵਿਦਿਆ ਹੈ ਸੋਈ। ਤੇ ਇਹ ਸੂਰਮਿਆਂ ਦੀ ਜਿਹੜੀ ਵਿਦਿਆ ਪ੍ਰਾਪਤ ਕੀਤੀ ਹੋਈ ਹੈ। ਪੁਨਿਕ ਔਰ ਸੁਨੋ ਦ੍ਰਿਸ਼ਟਾਂਤਾ। ਸਤਿਗੁਰੂ ਜੀ ਕਹਿੰਦੇ ਇੱਕ ਹੋਰ ਦ੍ਰਿਸ਼ਟਾਂਤ ਸੁਣਨਾ ਕਰੋ। ਇਸ ਪ੍ਰਕਾਰ ਤੁਮ ਹੋਏ ਨ ਸ਼ਾਂਤਾ। ਜਿਹਦੇ ਨਾਲ ਤੁਹਾਨੂੰ ਪੜ੍ਹ ਕੇ ਅੰਦਰ ਸ਼ਾਂਤੀ ਨਹੀਂ ਆ ਰਹੀ। ਸ਼ਾਸਤਰ ਜਿਤੇ ਸੋ ਸ਼ਾਸਤਰ ਸਮਾਨਾ। ਜਿਹੜੇ ਸ਼ਾਸਤਰ ਹਨ ਉਹ ਸ਼ਸਤਰਾਂ ਦੇ ਸਮਾਨ ਹਨ। ਮਨ ਰੂਪੀ ਵੱਡ ਕੇ ਰਹਿ ਜਾਣਾ। ਤੇ ਮਨ ਨੂੰ ਜਿਹੜਾ ਹੈ ਉਹ ਸ਼ੇਰ ਦੀ ਤਰ੍ਹਾਂ ਜਾਣੋ। ਜੇ ਮਾਰੈ ਤਿਨ ਨਿਕਸੈ ਨਾਮੋ। ਤੇ ਜਿਹੜਾ ਨਾਮ ਹੈ ਉਹ ਨਾਮ ਰੂਪੀ ਸ਼ਸਤਰ ਦੇ ਨਾਲ ਮਨ ਰੂਪੀ ਸ਼ੇਰ ਨੂੰ ਮਾਰਨਾ ਹੈ। ਬੜੋ ਸ਼ਸਤਰ ਧਾਰੀ ਅਬਿਰਾਮੋ। ਤੇ ਫਿਰ ਉਹ ਸੋਹਣੇ ਸ਼ਸਤਰ ਧਾਰੀ ਯੋਧੇ ਹਨ
ਜਿਹੜੇ ਸ਼ਾਸਤਰ ਨੇ ਨਾ, ਇਹ ਵੀ ਇੱਕ ਤਰ੍ਹਾਂ ਦੇ ਸ਼ਸਤਰ ਹਨ। ਤੇ ਮਨ ਜਿਹੜਾ ਹੈ ਇਹ ਸ਼ੇਰ ਦੀ ਤਰ੍ਹਾਂ ਹੈ। ਤੇ ਜਿਨ੍ਹਾਂ ਕੋਲ ਸ਼ਾਸਤਰ ਰੂਪੀ ਸ਼ਸਤਰ ਨਹੀਂ, ਭਾਵ ਬ੍ਰਹਮ ਵਿਦਿਆ ਰੂਪ ਸ਼ਸਤਰ ਨਹੀਂ, ਸ਼ਬਦ ਰੂਪ ਸ਼ਸਤਰ ਨਹੀਂ, ਉਹਨਾਂ ਨੂੰ ਮਨ ਰੂਪੀ ਸ਼ੇਰ ਜਿਹੜਾ ਇਹ ਖੁਆਰ ਕਰਦਾ ਹੈ। ਪਰ ਜਿਨ੍ਹਾਂ ਕੋਲ ਬ੍ਰਹਮ ਵਿਦਿਆ ਰੂਪੀ ਸ਼ਬਦ ਰੂਪੀ ਸ਼ਸਤਰ ਹਨ, ਸ਼ਬਦ ਰੂਪੀ ਸ਼ਸਤਰਾਂ ਦੇ ਨਾਲ ਮਨ ਰੂਪੀ ਸ਼ੇਰ ਨੂੰ ਉਹ ਵਸ ਦੇ ਵਿੱਚ ਰੱਖਦੇ ਹਨ। ਕਵੇ ਅਨ ਜੇਤੇ ਸ਼ਸਤਰ ਬਣਾਏ, ਜਿਹੜੇ ਸ਼ਸਤਰ ਬਣਾਉਂਦੇ ਹਨ, ਕੜਹਿ ਲੋਹਾਰ ਸਮਾਨ ਸਦਾਏ। ਕਹਿੰਦੇ ਜਿਹੜੇ ਕਵੀ ਜਨਾਂ ਨੇ ਸ਼ਾਸਤਰ ਬਣਾਏ ਹਨ, ਇਹ ਲੋਹਾਰ ਦੀ ਤਰ੍ਹਾਂ ਹਨ। ਜਿਸ ਤਰ੍ਹਾਂ ਲੋਹਾਰ ਸ਼ਸਤਰ ਤਿਆਰ ਕਰਦਾ ਹੈ, ਜੇ ਪੰਡਤਿਨ ਟੀਕਾਕਾਰਾ, ਜਿਹੜੇ ਅੱਗੇ ਪੰਡਤ ਜਨ ਹਨ, ਇਹਨਾਂ ਸ਼ਾਸਤਰਾਂ ਦੇ ਟੀਕਾ ਕਰਨ ਵਾਲੇ, ਸਿਕਲੀ ਘਰ ਸੇ ਲੇਹੋ ਵਿਚਾਰਾ। ਉਹ ਤਾਂ ਸਿਕਲੀ ਘਰ ਉਹਨਾਂ ਨੂੰ ਵਿਚਾਰੋ। ਤੇ ਸਿਕਲੀ ਘਰ ਦਾ ਕੰਮ ਹੁੰਦਾ ਸੀ ਸ਼ਸਤਰਾਂ ਦੀ ਸਫਾਈ ਕਰਨੀ। ਵੱਡਾ ਕੌਣ ਹੋਇਆ? ਜਿਹੜਾ ਸ਼ਸਤਰਾਂ ਨੂੰ ਬਣਾਉਂਦਾ ਹੈ। ਮਹਾਰਾਜ ਕਹਿੰਦੇ ਜਿਹੜੇ ਅਨੁਭਵੀ ਕਵੀ ਹਨ, ਉਹ ਅਨੁਭਵਤਾ ਦੇ ਨਾਲ ਜਿਹੜੇ ਸ਼ਾਸਤਰ ਉਹ ਰਚਦੇ ਹਨ। ਜਦੋਂ ਆਪਾਂ ਅਨੁਭਵੀ ਕਵੀਆਂ ਦਾ ਜੀਵਨ ਪੜ੍ਹਦੇ ਹਾਂ, ਉਹ ਇਕੱਲੀ ਕਵਿਤਾਵਾਂ ਰਚਣ ਵਾਲੇ ਨਹੀਂ, ਉਹਨਾਂ ਦਾ ਜੀਵਨ ਵੀ ਹੈ। ਜਿਸ ਤਰ੍ਹਾਂ ਭਾਈ ਵੀਰ ਸਿੰਘ ਜੀ, ਜਦੋਂ ਆਪਾਂ ਇਹਨਾਂ ਦਾ ਜੀਵਨ ਪੜ੍ਹਦੇ ਹਾਂ ਤੇ ਇਹਨਾਂ ਦਾ ਅਨੁਭਵੀ ਜਿਹੜਾ ਸੀ ਉਹ ਗਿਆਨ ਸਾਡੇ ਤੱਕ ਪਹੁੰਚਦਾ ਹੈ। ਤੇ ਜਦੋਂ ਆਪਾਂ ਐਸੇ ਅਨੁਭਵੀ ਕਵੀਆਂ ਨੂੰ ਪੜ੍ਹਦੇ ਹਾਂ ਤੇ ਸਾਡੇ ਜੀਵਨ ਦੇ ਵਿੱਚ ਵੀ ਤਬਦੀਲੀਆਂ ਆਉਂਦੀਆਂ ਹਨ। ਤੇ ਮਹਾਰਾਜ ਕਹਿੰਦੇ ਜਿਹੜੇ ਅਨੁਭਵੀ ਕਵੀ ਨੇ ਨਾ, ਸ਼ਾਸਤਰ ਲਿਖਣ ਵਾਲੇ, ਰਚਣ ਵਾਲੇ, ਇਹ ਮੰਨੋ ਕਿ ਲੋਹਾਰ ਹਨ, ਉਹ ਜਿਹੜੇ ਸ਼ਸਤਰਾਂ ਨੂੰ ਘੜਦੇ ਨੇ। ਤੇ ਜਿਹੜੇ ਪੰਡਤ ਜਨ ਅੱਗੇ ਟੀਕਾ ਕਰਦੇ ਨੇ, ਭਾਵ ਜਿਹੜੇ ਇਹਨਾਂ ਸ਼ਾਸਤਰਾਂ ਨੂੰ, ਗ੍ਰੰਥਾਂ ਨੂੰ ਪੜ੍ਹ ਕੇ ਸੁਣਾਉਂਦੇ ਨੇ ਤੇ ਲੋਕਾਂ ਤੇ ਪ੍ਰਭਾਵ ਪਾਉਂਦੇ ਨੇ, ਤੇ ਸੁਣ ਕੇ ਲੋਕ ਬੜੇ ਪ੍ਰਭਾਵਿਤ ਹੁੰਦੇ ਨੇ। ਉਹ ਸੋਚਦੇ ਹਨ ਕਿ ਸ਼ਾਇਦ ਇਹ ਇਹਨਾਂ ਦੀ ਕਮਾਈ ਹੈ, ਪਰ ਅਸਲ ਵਿੱਚ ਉਹ ਕਮਾਈ ਟੀਕਾ ਕਰਨ ਵਾਲਿਆਂ ਦੀ ਜਾਂ ਪੜ੍ਹ ਕੇ ਸੁਣਾਉਣ ਵਾਲਿਆਂ ਦੀ ਨਹੀਂ। ਕਮਾਈ ਤਾਂ ਉਹਨਾਂ ਦੀ ਜ਼ਿਆਦੀ ਹੈ ਜਿਨ੍ਹਾਂ ਨੇ ਅਨੁਭਵੀ ਗਿਆਨ ਪ੍ਰਾਪਤ ਕੀਤਾ, ਅਨੁਭਵਤਾ ਦੇ ਨਾਲ, ਕਮਾਈ ਦੇ ਨਾਲ ਜਿਨ੍ਹਾਂ ਨੇ ਇਹ ਗ੍ਰੰਥ ਰਚੇ ਹਨ। ਜਿਸ ਤਰ੍ਹਾਂ ਆਪਾਂ ਕਵੀ ਰਾਜ ਕਵੀ ਭਾਈ ਸੰਤੋਖ ਸਿੰਘ ਜੀ ਨੂੰ ਪੜ੍ਹਦੇ ਹਾਂ, ਜਿਨ੍ਹਾਂ ਦਾ ਅਨੁਭਵੀ ਜੀਵਨ ਹੈ ਤੇ ਘਰ ਘਰ ਤੱਕ ਅੱਜ ਇਹਨਾਂ ਦਾ ਗਿਆਨ ਜਿਹੜਾ ਉਹ ਪਹੁੰਚ ਰਿਹਾ ਹੈ, ਕਿਉਂਕਿ ਇਹਨਾਂ ਦੀ ਆਪਣੀ ਕਮਾਈ ਹੈ। ਤੇ ਜਿਹੜੇ ਟੀਕਾ ਕਰਨ ਵਾਲੇ ਹਨ, ਇਹ ਤਾਂ ਮਾਨੋ ਇਸ ਤਰ੍ਹਾਂ ਨੇ, ਜਿਸ ਤਰ੍ਹਾਂ ਕੋਈ ਸ਼ਸਤਰਾਂ ਨੂੰ ਸਾਫ਼ ਕਰਨ ਵਾਲਾ ਹੋਵੇ ਤੇ ਸ਼ਸਤਰ ਸਾਫ਼ ਕਰਕੇ ਕੋਈ ਕਵੇ ਕਿ ਸਾਰੀ ਕਮਾਈ ਮੇਰੀ ਹੈ। ਅਸਲ ਵਿੱਚ ਕਮਾਈ ਤਾਂ ਉਹਦੀ ਹੈ ਜ਼ਿਆਦਾ, ਜਿਨ੍ਹਾਂ ਸ਼ਸਤਰ ਤਿਆਰ ਕੀਤੇ ਹਨ। ਲੋਹੇ ਨੂੰ ਘੜਿਆ ਹੈ ਤੇ ਲੋਹੇ ਨੂੰ ਘੜ ਕੇ ਸ਼ਸਤਰ ਬਣਾਇਆ ਹੈ। ਜਿਨ ਪੜ ਸੁਨ ਕੇ ਮਨ ਕਾ ਮਾਰਨ, ਤੇ ਜਿਨ੍ਹਾਂ ਸੂਰਮਿਆਂ ਨੇ ਜਿਨ ਪੜ ਸੁਨ ਕੀਏ ਮਨ ਕਾ ਮਾਰਨ, ਜਿਨ੍ਹਾਂ ਨੇ ਪੜ ਸੁਣ ਕੇ ਆਪਣੇ ਮਨ ਨੂੰ ਵਸ ਦੇ ਵਿੱਚ ਕੀਤਾ ਹੈ। ਸੇ ਜੋਧਾ ਹਨ ਤੇ ਹਥਿਆਰਨ, ਤੇ ਇਹ ਜਿਹੜੇ ਯੋਧੇ ਹਨ, ਮਾਨੋ ਹਥਿਆਰ ਚਲਾਉਣ ਵਾਲੇ ਹਨ। ਪੜ੍ਹੈ ਜੀਵਕਾ ਕਾਰਨ ਜੋ, ਜਿਹੜੇ ਕੇਵਲ ਆਪਣੀ ਜੀਵਕਾ ਲਈ ਪੜ੍ਹਦੇ ਸੁਣਦੇ ਹਨ। ਵੇਚਨਹਾਰ ਸ਼ਾਸਤਰ ਸਮ ਸੋਊ, ਇਹ ਮਾਨੋ ਕਿ ਜਿਹੜੇ ਸ਼ਸਤਰ ਆ ਵੇਚਣ ਵਾਲੇ ਬੈਠੇ ਹੁੰਦੇ ਨੇ ਨਾ, ਇਹ ਇਸ ਤਰ੍ਹਾਂ ਹਨ, ਕੇਵਲ ਆਪਣੇ ਪੇਟ ਦੀ ਪੂਰਤੀ ਲਈ ਪੜ੍ਹਨਾ ਤੇ ਸੁਣਾਉਣਾ। ਤੇ ਗੁਰਦੇਵ ਕਹਿੰਦੇ ਜਿਹੜੇ ਪੜ੍ਹ ਸੁਣ ਕੇ ਆਪਣੇ ਮਨ ਨੂੰ ਮਾਰਦੇ ਨੇ, ਮਨ ਨੂੰ ਵਸ ਵਿੱਚ ਕਰਦੇ ਨੇ, ਇਹ ਮਾਨੋ ਕਿ ਹਥਿਆਰਾਂ ਨੂੰ ਚਲਾਉਣ ਵਾਲੇ ਸੂਰਮੇ ਹਨ। ਸ਼ੇਰ ਰੂਪ ਮਨ ਜਿਸਕੇ ਮਾਰਾ, ਜਿਨ੍ਹਾਂ ਨੇ ਆਪਣੇ ਮਨ ਰੂਪੀ ਸ਼ੇਰ ਨੂੰ ਮਾਰ ਦਿੱਤਾ ਹੈ। ਬਿਥਰੈ ਨਾਮ ਤਾਹੇ ਦਿਸ ਚਾਰਾ, ਉਹਨਾਂ ਦਾ ਚਾਰੇ ਦਿਸ਼ਾਵਾਂ ਦੇ ਵਿੱਚ ਨਾਮ ਪ੍ਰਗਟ ਹੋ ਜਾਂਦਾ ਹੈ। ਮਨ ਜੀਤੈ ਜਗ ਜੀਤ, ਜਿਨ੍ਹਾਂ ਨੇ ਆਪਣੇ ਮਨ ਨੂੰ ਵਸ ਵਿੱਚ ਕੀਤਾ ਹੈ, ਉਹਨਾਂ ਦਾ ਦੁਨੀਆ ਦੇ ਵਿੱਚ ਜਿਹੜਾ ਨਾਮ ਹੈ ਉਹ ਚਮਕਿਆ ਹੈ। ਸ਼ਸਤਰ ਧਾਰ ਕਹਿਵਾਵਤ ਸੋਊ, ਜੇ ਉਹ ਫਿਰ ਸ਼ਸਤਰ ਧਾਰ ਕੇ ਸੂਰਮੇ ਕਹਾਉਂਦੇ ਹਨ। ਕੂਰੇ ਨਾਮੇ ਅਪਰ ਸਭ ਕੋਊ, ਬਾਕੀ ਜਿਹੜੇ ਆਪਣੇ ਆਪ ਨੂੰ ਉਹ ਸੂਰਮੇ ਕਹਾਉਣ ਵਾਲੇ ਨੇ ਨਾ, ਜਿਹੜੇ ਕੇਵਲ ਤਾਂ ਕੇਵਲ ਸ਼ਸਤਰਾਂ ਨੂੰ ਸਾਫ਼ ਕਰਕੇ ਮੰਜਿਆਂ ਤੇ ਰੱਖ ਕੇ ਵੇਚ ਰਹੇ ਨੇ ਤੇ ਕਹਿਣ ਕਿ ਅਸੀਂ ਸ਼ਸਤਰ ਤਿਆਰ ਕੀਤੇ ਨੇ, ਗੱਲ ਝੂਠ ਹੈ। ਇਸੇ ਤਰ੍ਹਾਂ ਜਿਹੜੇ ਅਨੁਭਵੀ ਕਵੀਆਂ ਨੇ ਗ੍ਰੰਥ ਲਿਖੇ ਹਨ, ਜਿਹੜੇ ਉਹਨਾਂ ਦੇ ਲਿਖੇ ਸ਼ਾਸਤਰ ਹਨ, ਉਹ ਕੇਵਲ ਦੂਜਿਆਂ ਨੂੰ ਪੜ੍ਹ ਕੇ ਸੁਣਾ ਕੇ ਲੋਕਾਂ ਤੇ ਪ੍ਰਭਾਵ ਪਾ ਕੇ ਕਹਿਣ ਕਿ ਸਾਡੀ ਕਮਾਈ, ਤੇ ਗੁਰਦੇਵ ਕਹਿੰਦੇ ਝੂਠ ਹੈ। ਜੇ ਪੜ੍ਹ ਸੁਣ ਕੇ ਆਪਣਾ ਮਨ ਹੀ ਨਾ ਮਾਰਿਆ
ਤੇ ਕੇਵਲ ਪੜਨਾ ਸੁਣਨਾ ਇਹ ਪੇਟ ਦੀ ਪੂਰਤੀ ਕਾਰਨ ਹੈ। ਇਸ ਪ੍ਰਕਾਰ ਸੁਨ ਕਰ ਬਚ ਰਾਸੀ। ਇਹ ਉਪਦੇਸ਼ ਸਤਿਗੁਰੂ ਜੀ ਨੇ ਜਿਹੜੇ ਕਾਂਸ਼ੀ ਦੇ ਪੰਡਤ ਸਨ ਉਹਨਾਂ ਦੇ ਤਾਈਂ ਦਿੱਤਾ ਹੈ। ਬੋਲੇ ਬਹੁਰ ਕੁਸਲ ਜੇ ਕਾਂਸ਼ੀ। ਤੇ ਜਿਹੜੇ ਚਤੁਰ ਪੰਡਤ ਸਨ ਕਾਂਸ਼ੀ ਦੇ ਉਹ ਸਤਿਗੁਰਾਂ ਨੂੰ ਫੇਰ ਪੁੱਛਣ ਲੱਗੇ, ਇਹ ਸ਼ਿਵਪੁਰ ਮੈਂ ਹੈ ਜੋ ਅੰਮ੍ਰਿਤ ਪਾਵਤ। ਕਹਿਣ ਲੱਗੇ ਮਹਾਰਾਜ ਸਾਨੂੰ ਇਹ ਵੀ ਦੱਸੋ ਕਿ ਇਥੋਂ ਦੀ ਇਹ ਰਵਾਇਤ ਹੈ ਸ਼ਿਵਪੁਰੀ ਦੀ ਕਾਂਸ਼ੀ ਦੀ, ਕਿ ਜਿਹੜਾ ਇਸ ਸ਼ਿਵਪੁਰੀ ਦੇ ਵਿੱਚ ਕਾਂਸ਼ੀ ਦੇ ਵਿੱਚ ਮਰਦਾ ਹੈ ਮੁਕਤ ਹੋਤ ਸਭ ਦੋਖ ਮਿਟਾਵਤ। ਤੇ ਉਹ ਮੁਕਤ ਹੋ ਜਾਂਦਾ ਹੈ, ਉਹਦੇ ਸਾਰੇ ਕੀਤੇ ਗੁਨਾਹ ਜਿਹੜੇ ਪਾਪ ਨੇ ਉਹ ਮਿਟ ਜਾਂਦੇ ਹਨ। ਸ਼ਾਸਤਰ ਵਿਖੈ ਮਹਾਤਮ ਕਹਾ। ਕਹਿੰਦੇ ਇਹਨਾਂ ਦਾ ਮਹਾਤਮ ਸ਼ਾਸਤਰਾਂ ਦੇ ਵਿੱਚ ਵੀ ਲਿਖਿਆ ਹੈ। ਮ੍ਰਿਤੂ ਹੋਏ ਜਾਵੈ ਸ਼ਿਵ ਜਹਾਂ। ਜਿਹੜਾ ਸ਼ਿਵਪੁਰੀ ਦੇ ਵਿੱਚ ਕਾਂਸ਼ੀ ਦੇ ਵਿੱਚ ਮਰਦਾ ਹੈ ਉਹ ਬੈਕੁੰਠ ਧਾਮ ਨੂੰ ਪ੍ਰਾਪਤ ਕਰ ਲੈਂਦਾ ਤੇ ਮੁਕਤ ਹੋ ਜਾਂਦਾ ਹੈ। ਯਾਤੇ ਮਹਿਮਾ ਇਹ ਥਲ ਕੇਰੀ। ਇਸ ਕਰਕੇ ਸਤਿਗੁਰੂ ਅਸੀਂ ਸੁਣਿਆ ਹੈ ਕਿ ਕਾਂਸ਼ੀ ਦੀ ਸ਼ਿਵਪੁਰੀ ਦੀ ਇਹ ਨਗਰੀ ਦੀ ਬਹੁਤ ਮਹਿਮਾ ਹੈ। ਸਭਿਨ ਤੇ ਉਤਮ ਹਮਹੇਰੀ। ਇਸ ਨਗਰੀ ਦੀ ਮਹਿਮਾ ਅਸੀਂ ਸਭ ਤੋਂ ਉੱਤਮ ਜਾਣੀ ਹੈ। ਦੋਹਰਾ ਜਗ ਗੁਰ ਬੋਲੇ ਬਚਨ ਪੁੰਨ। ਸੁਣ ਕੇ ਜਗਤ ਗੁਰੂ ਧੰਨ ਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਕਹਿਣ ਲੱਗੇ, ਮ੍ਰਿਤੂ ਸਮਾਂ ਜਬ ਆਏ। ਸਤਿਗੁਰੂ ਜੀ ਕਹਿੰਦੇ ਜਦੋਂ ਬੰਦੇ ਦਾ ਅਖੀਰਲਾ ਸਮਾਂ ਆਉਂਦਾ ਸੀ ਰਾਮ ਨਾਮ ਉਪਦੇਸ਼ ਸ਼ਾਸਤਰ। ਤੇ ਰਾਮ ਨਾਮ ਉਪਦੇਸ਼ ਸ਼ਰੁੱਤ ਦੇਤ ਪਿਨਾਕੀ ਗਾਏ। ਪਿਨਾਕੀ ਨਾਮ ਸ਼ਿਵ ਦਾ ਹੈ। ਕਹਿੰਦੇ ਜਦੋਂ ਸ਼ਿਵ ਨੇ ਇੱਥੇ ਨਿਵਾਸ ਕੀਤਾ ਨਾ ਤੇ ਜਿਹੜੇ ਲੋਕ ਉਹਦੇ ਕੋਲ ਆਉਂਦੇ ਸਨ ਤੇ ਸ਼ਿਵ ਉਹਨਾਂ ਨੂੰ ਰਾਮ ਨਾਮ ਦਾ ਉਪਦੇਸ਼ ਦਿੰਦੇ ਸਨ ਤੇ ਉਹਨਾਂ ਦੇ ਉੱਤੇ ਉਹਨਾਂ ਦੇ ਕਈਆਂ ਗੱਲਾਂ ਦਾ ਪ੍ਰਭਾਵ ਪੈਂਦਾ ਸੀ ਤੇ ਉਹ ਰਾਮ ਨਾਮ ਜਪ ਕਰਕੇ ਮੁਕਤ ਹੋ ਜਾਂਦੇ ਸਨ। ਇਸ ਕਰਕੇ ਗੁਰਦੇਵ ਕਹਿੰਦੇ ਕਿ ਉਹਨਾਂ ਦਾ ਮੰਨਣਾ ਸੀ ਕਿ ਇੱਥੇ ਜਿਹੜਾ ਵੀ ਆ ਗਿਆ ਸ਼ਿਵਪੁਰੀ ਵਿੱਚ ਕਾਂਸ਼ੀ ਵਿੱਚ ਉਹ ਮੁਕਤ ਹੋ ਗਿਆ। ਕਿਉਂਕਿ ਉਹ ਭਗਵਾਨ ਸ਼ਿਵ ਦੇ ਕੋਲ ਆ ਕੇ ਉਹਨਾਂ ਤੋਂ ਉਪਦੇਸ਼ ਲੈਂਦਾ ਸੀ। ਪਰ ਮਹਾਰਾਜ ਕਹਿੰਦੇ ਮੁਕਤੀ ਤਾਂ ਨਾਮ ਨੇ ਹੀ ਦਿੱਤੀ ਹੈ ਨਾ, ਕਿਉਂਕਿ ਉਹਨਾਂ ਨੂੰ ਇਹੋ ਹੀ ਉਪਦੇਸ਼ ਉਹਨਾਂ ਨੇ ਦਿੱਤਾ ਸੀ ਕਿ ਜਿਹੜੇ ਉਹਨਾਂ ਦੇ ਕੋਲ ਆਉਣ ਵਾਲੇ ਸਨ ਸ਼ਿਵਪੁਰੀ ਦੇ ਵਿੱਚ ਕਾਂਸ਼ੀ ਦੇ ਵਿੱਚ ਇਹ ਸ਼ਿਵ ਦੀ ਨਗਰੀ ਜਾਣ ਕੇ ਇਹਨਾਂ ਦੇ ਪਾਸ ਆਉਂਦੇ ਸੀ ਤੇ ਸ਼ਿਵ ਉਹਨਾਂ ਦੇ ਕੰਨਾਂ ਦੇ ਵਿੱਚ ਇਹੋ ਹੀ ਮੰਤਰ ਦਿੰਦੇ ਸਨ ਕਿ ਭਾਈ ਤੁਸੀਂ ਰਾਮ ਨਾਮ ਜਪੋ ਤੁਸੀਂ ਮੁਕਤ ਹੋਵੋਗੇ। ਚੌਪਈ ਜਾਤੇ ਮੋਖ ਹੋਤ ਇਹ ਥਾਈ। ਗੁਰਦੇਵ ਕਹਿੰਦੇ ਤਾਂ ਕਰਕੇ ਇਸ ਥਾਂ ਦੇ ਉੱਤੇ ਜੀ ਮੁਕਤ ਹੁੰਦੇ ਸਨ। ਲਖੋ ਨਾਮ ਮਹਿਮਾ ਅਧਿਕਾਈ। ਤੇ ਹੁਣ ਇਹ ਦੱਸੋ ਕਿ ਜਿਹੜੀ ਵੱਡੀ ਮਹਿਮਾ ਹੈ ਉਹ ਥਾਂ ਦੀ ਹੋਈ ਕਿ ਨਾਮ ਦੀ ਹੋਈ? ਕਿਉਂਕਿ ਜਿਹੜਾ ਵੀ ਚੱਲ ਕੇ ਆਇਆ ਤੇ ਉਹਨੂੰ ਇਹੋ ਉਪਦੇਸ਼ ਦਿੱਤਾ ਕਿ ਤੂੰ ਪ੍ਰਭੂ ਦਾ ਨਾਮ ਜਪ, ਰਾਮ ਨਾਮ ਜਪ, ਤੇਰਾ ਉਧਾਰ ਹੋਵੇਗਾ। ਗੁਰਦੇਵ ਕਹਿੰਦੇ ਇੱਥੇ ਆ ਕੇ ਜਿਨ੍ਹਾਂ ਨੇ ਗੁਰਮੰਤਰ ਲਿਆ, ਮੰਤਰ ਲੈ ਕੇ ਨਾਮ ਦਾ ਅਭਿਆਸ ਕੀਤਾ, ਉਹ ਨਾਮ ਜਪਣ ਵਾਲੇ ਜਿਹੜੇ ਸਨ ਮੁਕਤ ਹੋਏ ਹਨ। ਕਿਤੈ ਦੇਸ਼ ਹੋਵੇ ਥਲ ਕੋਈ। ਤੇ ਭਾਵੇਂ ਕੋਈ ਕਿਸੇ ਦੇਸ਼ ਦੇ ਉੱਤੇ ਵਿੱਚ ਰਹਿੰਦਾ ਹੋਵੇ, ਭਾਵੇਂ ਕੋਈ ਕਿਸੇ ਥਾਂ ਟਿਕਾਣੇ ਦੇ ਵਿੱਚ ਵਸਦਾ ਹੋਵੇ, ਨਾਮ ਹਿਰਦੈ ਗਤ ਪ੍ਰਾਪਤ ਹੋਈ। ਜੇ ਉਹਦੇ ਹਿਰਦੇ ਵਿੱਚ ਪ੍ਰਭੂ ਦਾ ਨਾਮ ਹੋਵੇ ਨਾ ਤੇ ਉਹਨੂੰ ਮੁਕਤੀ ਜਾਣੂ। ਕਿਉਂਕਿ ਜਦੋਂ ਭਗਤ ਕਬੀਰ ਸਾਹਿਬ ਕਾਂਸ਼ੀ ਦੇ ਵਿੱਚ ਰਹਿਣ ਲੱਗੇ ਤੇ ਆਪ ਜੀ ਦਾ ਜਿਹੜਾ ਸੀ ਉਹ ਪ੍ਰਭਾਵ ਦੇਖ ਕਰਕੇ ਜਿਹੜੇ ਪਾਂਡੇ ਸਨ, ਕਿਉਂਕਿ ਬਹੁਤੇ ਲੋਕ ਜਿਹੜੇ ਸਨ ਭਗਤ ਕਬੀਰ ਸਾਹਿਬ ਜੀ ਦਾ ਮਾਨ ਸਨਮਾਨ ਕਰਦੇ ਸੀ, ਬਹੁਤੀ ਸੰਗਤ ਇਹਨਾਂ ਦੇ ਨਾਲ ਜੁੜਦੀ ਤੇ ਜਿਹੜੇ ਇੱਥੇ ਰਹਿਣ ਵਾਲੇ ਉੱਚ ਜਾਤੀ ਵਾਲੇ ਸਵਰਨ ਜਾਤੀ ਵਾਲੇ ਪਾਂਡੇ ਸੀ ਉਹ ਭਗਤ ਕਬੀਰ ਸਾਹਿਬ ਦੇ ਨਾਲ ਈਰਖਾ ਕਰਨ ਲੱਗੇ। ਕਹਿਣ ਲੱਗੇ ਕਿ ਨੀਵੀਂ ਜਾਤ ਦੇ ਇਹਨਾਂ ਦਾ ਇੰਨਾ ਮਾਨ ਸਨਮਾਨ। ਤੇ ਭਗਤ ਕਬੀਰ ਸਾਹਿਬ ਜੀ ਨੂੰ ਆ ਕੇ ਇਹਨਾਂ ਪਾਂਡਿਆਂ ਨੇ ਕਿਹਾ, ਕਹਿਣ ਲੱਗੇ ਕਬੀਰ ਤੂੰ ਇੱਥੇ ਮੁਕਤੀ ਲੈਣ ਵਾਸਤੇ ਆਇਆ ਹੈ ਤਾਂ ਇਸ ਨਗਰੀ 'ਚ ਰਹਿਣਾ ਹੈ, ਤੇ ਜੇ ਤੈਨੂੰ ਪ੍ਰਭੂ ਦੇ ਨਾਮ ਦੇ ਉੱਤੇ ਇੰਨਾ ਮਾਣ ਹੈ ਤੇ ਫਿਰ ਮਗਰ ਦੀ ਧਰਤੀ ਤੇ ਚਲਾ ਜਾ। ਕਿਉਂਕਿ ਇਹ ਕਾਂਸ਼ੀ ਧਰਤੀ ਜਿਹੜੀ ਸ਼ਿਵਪੁਰੀ ਦੀ ਧਰਤੀ ਮੰਨੀ ਸੀ ਤੇ ਸਨਾਤਨ ਮਤ ਦਾ ਮੰਨਣਾ ਸੀ ਕਿ ਜਿਹੜਾ ਇੱਥੇ ਮਰਦਾ ਹੈ ਉਹ ਸਿੱਧਾ ਬੈਕੁੰਠ ਜਾਂਦਾ ਹੈ, ਮੁਕਤ ਹੁੰਦਾ ਹੈ। ਤੇ ਕਿਸੇ ਸਮੇਂ ਜਿਹੜੀ ਮਗਰ ਦੀ ਧਰਤੀ ਜਿਹੜੀ ਇੱਥੋਂ 85 ਕਿਲੋਮੀਟਰ ਦੀ ਦੂਰੀ ਤੇ ਹੈ ਤੇ ਖਲੀਲਾਬਾਦ ਇਹ ਇਲਾਕਾ ਪੈਂਦਾ ਹੈ ਉਹਦੇ ਨੇੜੇ, ਉਹ ਮਗਰ ਦੀ ਧਰਤੀ ਤੇ ਵਿਆਸ ਰਿਖੀ ਜੀ ਪਹੁੰਚਦੇ ਨੇ ਤੇ ਉਹ ਵਿਦਵਾਨ ਸਨ ਤੇ ਬਹੁਤੇ ਲੋਕ ਜਿਹੜੇ ਵਿਦਿਆਰਥੀ ਉਹਨਾਂ ਦੇ ਨਾਲ ਉਹਨਾਂ ਕੋਲੋਂ ਵਿੱਦਿਆ ਪ੍ਰਾਪਤ ਕਰਨ ਵਾਸਤੇ ਉੱਥੇ ਪਹੁੰਚਣ ਲੱਗੇ। ਜਦੋਂ ਸ਼ਿਵ ਨੇ ਦੇਖਿਆ ਕਿ ਬਹੁਤੇ ਲੋਕ ਜਿਹੜੇ ਨੇ ਉਹ ਮਗਰ ਦੀ ਧਰਤੀ ਤੇ ਜਾਣ ਲੱਗ ਪਏ ਨੇ, ਇਸ ਇਲਾਕੇ ਤੋਂ ਘਟਦੇ ਜਾ ਰਹੇ ਨੇ, ਇਹਦੀ ਮਹਿਮਾ ਘਟਦੀ ਜਾ ਰਹੀ ਹੈ, ਤੇ ਸ਼ਿਵ ਨੇ ਆਪਣੇ ਪੁੱਤਰ ਉਹਨੂੰ ਗਣੇਸ਼ ਜੀ ਨੂੰ ਵਿਦਿਆਰਥੀ ਬਣਾ ਕੇ
ਵਿਆਸ ਦੇ ਪਾਸ ਮਗਰ ਦੀ ਧਰਤੀ ਤੇ ਭੇਜਿਆ। ਤੇ ਉਸ ਵੇਲੇ ਗਣੇਸ਼ ਨੇ ਜਾ ਕੇ ਵਿਆਸ ਜੀ ਨੂੰ ਪੁੱਛਿਆ ਸੀ, ਕਹਿਣ ਲੱਗੇ ਕਿ ਦੱਸੋ ਜਿਹੜਾ ਮਗਰ ਦੀ ਧਰਤੀ ਤੇ ਮਰੇਗਾ ਕੀ ਬਣੇਗਾ? ਉਹ ਕਹਿੰਦੇ ਮੁਕਤ ਹੋਵੇਗਾ। ਫਿਰ ਪੁੱਛਦੇ ਨੇ ਇੱਥੇ ਮਰੇਗਾ ਕੀ ਬਣੇਗਾ? ਕਹਿੰਦੇ ਮੁਕਤ ਹੋਵੇਗਾ। ਜਦੋਂ ਫਿਰ ਤੀਜੀ ਵਾਰ ਪੁੱਛਿਆ ਤੇ ਵਿਆਸ ਜੀ ਗੁੱਸੇ ਵਿੱਚ ਆ ਕੇ ਕਹਿੰਦੇ ਗਧਾ ਬਣੇਗਾ। ਤੇ ਅੱਗੋਂ ਗਣੇਸ਼ ਕਹਿੰਦੇ ਤਥਾ ਅਸਤੂ, ਇਹ ਉਹਨਾਂ ਦਾ ਮੰਨਣਾ ਹੈ। ਕਹਿੰਦੇ ਤਥਾ ਅਸਤੂ, ਜਿਹੜਾ ਇੱਥੇ ਮਰੇਗਾ ਉਹ ਫਿਰ ਸਨਾਤਨ ਮਤ 'ਚ ਮੰਨਣ ਲੱਗ ਪਏ ਕਿ ਵਿਆਸ ਦੇ ਬਚਨ ਹੋਏ ਸਨ ਕਿ ਜਿਹੜਾ ਇੱਥੇ ਮਰੇਗਾ ਉਹ ਗਧਾ ਬਣੇਗਾ। ਤੇ ਪਰ ਭਗਤ ਕਬੀਰ ਸਾਹਿਬ ਜੀ ਨੇ ਇਹ ਭਰਮ ਕੱਢਣ ਵਾਸਤੇ ਕਿ ਕਿਸੇ ਵਿਸ਼ੇਸ਼ ਕਰਕੇ ਥਾਂ ਦੇ ਉੱਤੇ ਰਹਿਣ ਦੇ ਨਾਲ ਬੰਦਾ ਮੁਕਤ ਨਹੀਂ ਹੁੰਦਾ, ਤੇ ਭਗਤ ਕਬੀਰ ਸਾਹਿਬ ਜੀ ਨੇ ਭਰਮ ਕੱਢਣ ਵਾਸਤੇ ਸਾਰੀ ਉਮਰ ਜਿਹੜੀ ਸੀ ਉਹ ਕਾਂਸ਼ੀ ਦੇ ਵਿੱਚ ਬਤੀਤ ਕੀਤੀ। ਪਰ ਅਖੀਰਲੇ ਸਮੇਂ ਭਗਤ ਕਬੀਰ ਸਾਹਿਬ ਜੀ ਮਗਰ ਦੀ ਧਰਤੀ ਤੇ ਆ ਜਾਂਦੇ। ਸਗਲ ਜਨਮ ਸ਼ਿਵਪੁਰੀ ਗਵਾਇਆ, ਮਰਤੀ ਬਾਰ ਮਗਰ ਉੱਠ ਆਇਆ। ਪਰ ਭਗਤ ਜੀ ਨੂੰ ਜਦੋਂ ਇਹ ਸਵਾਲ ਕੀਤਾ ਸੀ ਨਾ ਪ੍ਰੇਮੀ ਜਨਾਂ ਨੇ, ਸੰਤਾਂ ਨੇ, ਉਹਨਾਂ ਦੇ ਧਰਮ ਸੁਪਤਨੀ ਲੋਈ ਜੀ ਨੇ, ਤੇ ਭਗਤ ਜੀ ਨੇ ਇਹੋ ਉੱਤਰ ਦਿੱਤਾ ਸੀ, ਜੋ ਜਨ ਭਾਉ ਭਗਤ ਕਛ ਜਾਣੈ, ਤਾਕੂ ਅਚਰਜ ਕਾਹੋ, ਜਿਉ ਜਲ ਜਲ ਮੈਂ ਪੈਸ ਨਾ ਨਿਕਸੈ, ਤਿਉ ਢੁਰ ਮਿਲਿਓ ਜੁਲਾਹੋ। ਹਰ ਕੇ ਲੋਗਾ ਮੈਂ ਤੋ ਮਤ ਕਾ ਭੋਰਾ, ਜਿਉ ਕਾਸੀ ਤਨ ਤਜਹ ਕਬੀਰਾ, ਰਮਈਆ ਕਹਾਂ ਨੇ ਹੋਰਾ। ਕਹਿਤ ਕਬੀਰ ਸੁਨਹੁਰੇ ਲੋਈ, ਭਰਮ ਨਾ ਭੂਲੋ ਕੋਈ, ਕਿਆ ਕਾਸੀ ਕਿਆ ਊਖਰ, ਮਗਹਰ ਰਾਮ ਹਿਰਦੈ ਜੋ ਹੋਈ। ਭਗਤ ਜੀ ਨੇ ਕਿਹਾ ਸੀ ਕਿ ਜਿਹੜਾ ਪਰਮੇਸ਼ਰ ਦੀ ਭਗਤੀ ਕਰਨੀ ਜਾਣਦਾ ਹੈ ਨਾ, ਉਹਨੂੰ ਫਿਰ ਕਿਸੇ ਤਰ੍ਹਾਂ ਦੀ ਕੋਈ ਅਸਚਰਤਾ ਨਹੀਂ ਮੰਨਣੀ ਚਾਹੀਦੀ। ਉਹਨੂੰ ਵਿਸ਼ੇਸ਼ ਕਰਕੇ ਕੋਈ ਜਗ੍ਹਾ ਦੀ ਲੋੜ ਨਹੀਂ ਪੈਂਦੀ ਕਿ ਮੈਂ ਫਲਾਣੀ ਜਗ੍ਹਾ ਉੱਤੇ ਜਾਵਾਂ ਤੇ ਮੇਰੀ ਕਲਿਆਣ ਹੋਵੇਗੀ, ਮੇਰੀ ਮੁਕਤੀ ਹੋਵੇਗੀ। ਕਹਿਣ ਲੱਗੇ ਜਿਉਂ ਜਲ ਜਲ ਮੈਂ ਪੈਸ ਨਾ ਨਿਕਸੈ, ਤਿਉਂ ਢੁਰ ਮਿਲਿਓ ਜੁਲਾਹੋ। ਜਿਸ ਤਰ੍ਹਾਂ ਪਾਣੀ ਪਾਣੀ ਵਿੱਚ ਮਿਲ ਜੇ ਤੇ ਪਾਣੀ ਦਾ ਹੀ ਰੂਪ ਹੋ ਜਾਂਦਾ ਹੈ ਨਾ, ਇਸੇ ਤਰ੍ਹਾਂ ਕਬੀਰ ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ, ਜਬ ਆਪਾ ਪਰ ਕਾ ਮਿਟ ਗਿਆ, ਜਤ ਦੇਖੂੰ ਤਤ ਤੂੰ। ਹੁਣ ਤੂੰ ਤੂੰ ਕਰਦਿਆਂ ਕਹਿਣ ਲੱਗੇ ਕਿ ਮੈਂ ਨਹੀਂ ਰਿਹਾ। ਹੁਣ ਕਬੀਰ ਉਹ ਪਰਮਾਤਮਾ ਦਾ ਹੀ ਰੂਪ ਹੋ ਗਿਆ ਹੈ। ਜਿਉਂ ਜਲ ਜਲ ਮੈਂ ਪੈਸ ਨਾ ਨਿਕਸੈ, ਤਿਉਂ ਢੁਰ ਮਿਲਿਓ ਜਲਾਹੋ। ਹਰ ਕੇ ਲੋਗਾ ਮੈਂ ਤੋ ਮਤ ਕਾ ਭੋਰਾ, ਜਿਉਂ ਕਾਂਸੀ ਤਨ ਤਜਹ ਕਬੀਰਾ, ਰਮਈਆ ਕਹਾਂ ਨੇ ਹੋਰਾ। ਜੇ ਕਾਂਸ਼ੀ ਵਿੱਚ ਸਰੀਰ ਛੱਡਣ ਦੇ ਨਾਲ ਮੁਕਤੀ ਹੁੰਦੀ ਹੈ ਤੇ ਫਿਰ ਪਰਮਾਤਮਾ ਦੇ ਨਾਮ ਦਾ ਲਾਭ ਕੀ ਹੋਵੇਗਾ? ਕਿ ਨਾਮ ਦਾ ਲਾਭ ਤਾਂ ਇਹੋ ਹੀ ਹੈ ਨਾ ਕਿ ਨਾਮ ਜਪ ਕੇ ਬੰਦਾ ਕਿਤੇ ਵੀ ਬੈਠਾ ਨਾਮ ਜਪਦਾ ਹੈ ਤੇ ਉੱਥੇ ਹੀ ਮੁਕਤ ਹੋ ਜਾਂਦਾ ਹੈ। ਕਹਿਤ ਕਬੀਰ ਸੁਨਹੁਰੇ ਲੋਈ, ਭਰਮ ਨਾ ਭੂਲੋ ਕੋਈ। ਭਗਤ ਜੀ ਕਹਿੰਦੇ ਭਰਮਾਂ ਵਿੱਚ ਨਾ ਪਾਓ। ਕਿਆ ਕਾਸ਼ੀ ਕਿਆ ਊਖਰ, ਮਗਹਰ ਰਾਮ ਹਿਰਦੈ ਜੋ ਹੋਈ। ਕਹਿੰਦੇ ਨਾ ਕਾਂਸ਼ੀ ਨੇ ਮੁਕਤ ਕਰਨਾ, ਨਾ ਮਗਰ ਨੇ ਮੁਕਤ ਕਰਨਾ। ਮੁਕਤੀ ਤਾਂ ਦੇਣੀ ਹੈ ਰਾਮ ਹਿਰਦੈ ਜੋ ਹੋਈ, ਜੇ ਪਰਮੇਸ਼ਰ ਦਾ ਨਾਮ ਹਿਰਦੇ ਵਿੱਚ ਵਸਿਆ ਹੋਵੇਗਾ। ਮਹਾਰਾਜ ਜੀ ਨੇ ਭਰਮ ਇਹਨਾਂ ਦਾ ਦੂਰ ਕਰਨ ਵਾਸਤੇ ਇੱਥੇ ਬਚਨ ਕਹੇ ਸਨ। ਇਹ ਪਾਂਡੇ ਕਹਿਣ ਲੱਗੇ ਕਿ ਸਾਡਾ ਮੰਨਣਾ ਹੈ ਕਿ ਜਿਹੜਾ ਇੱਥੇ ਮਰੇਗਾ ਮੁਕਤ ਹੋਵੇਗਾ। ਮਹਾਰਾਜ ਕਹਿੰਦੇ ਪਤਾ ਹੈ ਕਿਉਂ ਗੱਲ ਇਹ ਜਿਹੜੀ ਪ੍ਰਚਲਿਤ ਸੀ? ਕਿਉਂਕਿ ਇਹ ਨਗਰੀ ਸ਼ਿਵਪੁਰੀ ਸੀ। ਇੱਥੇ ਜਿਹੜੇ ਵੀ ਆਉਂਦੇ ਸਨ ਤੇ ਉਹਨਾਂ ਨੂੰ ਕਿਹਾ ਜਾਂਦਾ ਸੀ ਰਾਮ ਰਾਮ ਜਪੋ। ਉਹ ਨਾਮ ਦਾ ਅਭਿਆਸ ਕਰਨ ਵਾਲੇ ਮੁਕਤ ਹੋਏ ਹਨ। ਇਸ ਕਰਕੇ ਜਿਉਂ ਅੱਗੇ ਕਹਿੰਦੇ ਨੇ ਕਿਤੈ ਦੇਸ਼ ਹੋਵੇ ਥਲ ਕੋਈ, ਬੰਦਾ ਕਿਸੇ ਥਾਂ ਤੇ ਹੋਵੇ, ਕਿਸੇ ਦੇਸ਼ ਵਿੱਚ ਰਹਿੰਦਾ ਹੋਵੇ, ਨਾਮ ਹਿਰਦੈਗਤ ਪ੍ਰਾਪਤ ਹੋਈ। ਜੇ ਹਿਰਦੇ ਵਿੱਚ ਪ੍ਰਭੂ ਦਾ ਨਾਮ ਹੋਵੇਗਾ ਤੇ ਉਹ ਮੁਕਤ ਹੀ ਮੁਕਤ ਹੈ। ਜਿਉ ਕਬੀਰ ਕਾਂਸ਼ੀ ਥਲ ਤਿਆਗਾ, ਜਿਸ ਤਰ੍ਹਾਂ ਕਬੀਰ ਸਾਹਿਬ ਜੀ ਨੇ ਕਾਂਸ਼ੀ ਦਾ ਜਿਹੜਾ ਥਾਂ ਸੀ ਇਹ ਤਿਆਗ ਦਿੱਤਾ। ਜਦ ਪਾਂਡਿਆਂ ਨੇ ਈਰਖਾ ਕੀਤੀ ਤੇ ਕਿਹਾ ਸੀ ਕਿ ਇੱਥੇ ਮੁਕਤੀ ਲੈਣ ਆਇਆ ਹੈ, ਤੇ ਭਗਤ ਜੀ ਨੇ ਕਾਂਸ਼ੀ ਤਿਆਗ ਹੀ ਦਿੱਤੀ ਸੀ। ਮਗ ਮੈਂ ਬਸਾ ਨਾਮੇ ਅਨੁਰਾਗਾ, ਨਾਮ ਦੇ ਨਾਲ ਪ੍ਰੇਮ ਹੋਣ ਕਰਕੇ, ਪ੍ਰਭੂ ਦੇ ਨਾਮ ਦੇ ਉੱਤੇ ਮਾਣ ਹੋਣ ਕਰਕੇ ਭਗਤ ਕਬੀਰ ਸਾਹਿਬ ਜੀ ਜਾ ਕੇ ਮਗਰ ਦੀ ਧਰਤੀ ਤੇ ਰਹਿਣ ਲੱਗੇ ਸਨ। ਸਤ ਸੰਗਤ ਹਵੈ ਰਹੀ ਤਹਾਂ ਕੀ। ਤੇ ਜਦੋਂ ਭਗਤ ਜੀ ਮਗਰ ਦੀ ਧਰਤੀ ਤੇ ਚਲੇ ਗਏ ਨਾ, ਜਿਹੜੇ ਪ੍ਰੇਮੀ ਸਨ ਭਗਤ ਜੀ ਦੇ, ਉਹ ਉਹਨਾਂ ਪਿੱਛੇ ਮਗਰ ਚਲੇ ਗਏ। ਤੇ ਜਿਹੜੇ ਲੋਕ ਕਹਿੰਦੇ ਸਨ ਮਗਰ ਦੀ ਧਰਤੀ ਸਰਾਪੀ ਹੋਈ ਹੈ, ਕਹਿੰਦੇ ਉਹ ਮਗਹਰ ਦੀ ਧਰਤੀ ਤੇ ਜਾ ਕੇ ਭਗਤ ਕਬੀਰ ਸਾਹਿਬ ਜੀ ਨੇ ਸਾਰਿਆਂ ਨੂੰ ਸੰਗਤ ਕਰਨ ਲਾ ਦਿੱਤਾ। ਭਏ ਮੋਖ ਤਜ ਦੇਹ ਉਹਾਹੀ। ਫਿਰ ਉਸ ਮਗਰ ਦੀ ਧਰਤੀ ਉੱਤੇ ਜਿਨ੍ਹਾਂ ਨੇ ਸਰੀਰ ਛੱਡਿਆ, ਭਗਤ ਕਬੀਰ ਸਾਹਿਬ ਜੀ ਨੇ ਵੀ ਉੱਥੇ ਸਰੀਰ ਛੱਡਿਆ ਪੰਜ ਭੌਤਿਕ, ਤੇ ਉਸ ਧਰਤੀ ਤੇ ਹੀ ਉਹ ਮੁਕਤ ਹੋਏ ਹਨ। ਜਾਨਹੁ ਏਕ ਮੋਖ ਕੋ ਦਾਤਾ, ਇਸ ਕਰਕੇ ਜਾਣ ਲੋ ਕਿ ਇੱਕੋ ਮੁਕਤੀ ਦਾ ਦਾਤਾ ਹੈ। ਸਤਨਾਮ ਸਭ ਜਗ ਵਿਖਿਆਤਾ। ਉਹ ਕੌਣ ਹੈ ਮੁਕਤੀ ਦਾ ਦਾਤਾ? ਪ੍ਰਭੂ ਦਾ ਨਾਮ ਜੋ ਜਗਤ ਵਿੱਚ ਵਿਖਿਆਤਾ ਪ੍ਰਗਟ ਹੈ। ਕਿਸੇ ਵਿਸ਼ੇਸ਼ ਕਰਕੇ ਥਾਂ ਨੂੰ ਲੱਭਣ ਦੀ ਲੋੜ ਨਹੀਂ।
ਭਾਵੇਂ ਕੋਈ ਇੱਥੇ ਬੈਠਾ ਹੈ, ਭਾਵੇਂ ਕੋਈ ਵਿਦੇਸ਼ ਬੈਠਾ ਹੈ, ਪਰ ਜਿਹਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਹੈ, ਗੁਰੂ ਉਹਦੇ ਕੋਲ ਹੈ, ਤੇ ਗੁਰੂ ਗੁਰੂ ਜਪਣ ਵਾਲਾ ਭਗਤ ਜੀ ਕਹਿੰਦੇ ਹਨ ਕਿ ਜਿਹੜੇ ਹਿਰਦੇ ਵਿੱਚ ਨਾਮ ਜਪਦੇ ਹਨ, ਅੰਤ ਕਾਲ ਨਾਰਾਇਣ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ, ਬਦਤ ਤਲੋਚਨ ਤੇ ਨਰ ਮੁਕਤਾ, ਪੀਤੰਬਰ ਵਾਕੈ ਹਿਰਦੈ ਵਸੈ। ਉੱਥੇ ਕਿਤੇ ਨਹੀਂ ਭਗਤ ਜੀ ਨੇ ਕਿਹਾ ਕਿ ਫਲਾਣੀ ਥਾਂ ਮਰੇਗਾ ਤਾਂ ਮੁਕਤ ਹੋਵੇਗਾ। ਭਗਤ ਜੀ ਕਹਿੰਦੇ ਜੇ ਪ੍ਰਭੂ ਹਿਰਦੇ ਵਿੱਚ ਵਸਿਆ ਹੈ ਤੇ ਫਿਰ ਅੰਤਲੀ ਵਾਰ ਜੇ ਉਹਦੀ ਯਾਦ ਹਿਰਦੇ ਵਿੱਚ ਹੈ ਤੇ ਉਹ ਮੁਕਤ ਹੀ ਮੁਕਤ ਹੈ। ਸਤਿਗੁਰੂ ਜੀ ਕਹਿਣ ਲੱਗੇ ਇੱਕੋ ਇੱਕ ਮੋਕਸ਼ ਦਾ ਦਾਤਾ ਉਹ ਕੌਣ ਹੈ? ਪ੍ਰਭੂ ਦਾ ਨਾਮ ਜੋ ਜਗਤ ਵਿੱਚ ਪ੍ਰਗਟ ਹੈ। ਔਰ ਕਿਸੂ ਤੇ ਮੋਖ ਨਾ ਹੋਈ। ਹੋਰ ਕਿਸੇ ਕਰਮ ਕਾਂਡਾਂ ਦੇ ਨਾਲ, ਕਿਸੇ ਥਾਵਾਂ ਦੇ ਨਾਲ, ਵਿਸ਼ੇਸ਼ ਕਰਕੇ ਭਰਮਾਂ ਦੇ ਨਾਲ ਮੁਕਤੀ ਨਹੀਂ ਹੁੰਦੀ। ਕੋਟੋ ਪਾਉ ਕਰੇ ਜੇ ਕੋਈ। ਭਾਵੇਂ ਕੋ ਕਰੋੜਾਂ ਹੀ ਯਤਨ ਕਰੀ ਜਾਵੇ ਕਿ ਮੈਂ ਫਲਾਣੀ ਥਾਂ ਤੋਂ ਅੰਮ੍ਰਿਤ ਦਾ ਕੁੰਡ ਲੈ ਆਵਾਂ, ਤੇ ਜਿਸ ਤਰ੍ਹਾਂ ਸਿਕੰਦਰ ਲੱਭਦਾ ਫਿਰਦਾ ਸੀ, ਭਾਲਦਾ ਸੀ, ਪਰ ਜੇ ਨਾਮ ਨਹੀਂ ਜਪਿਆ, ਭਗਤੀ ਨਹੀਂ ਕੀਤੀ, ਸਿਮਰਨ ਨਹੀਂ ਕੀਤਾ, ਤੇ ਗੁਰਦੇਵ ਕਹਿੰਦੇ ਭਾਵੇਂ ਕਰੋੜਾਂ ਯਤਨ ਕਰ ਲੇ, ਉਹਨਾਂ ਕਰਮ ਕਾਂਡਾਂ ਦੇ ਨਾਲ ਭਰਮਨ ਕਰਕੇ ਮੁਕਤ ਨਹੀਂ ਹੋ ਸਕਦਾ। ਦੋਹਰਾ ਸੁਨ ਕਰ ਪੰਡਿਤ ਕਹਿਤ ਪੇ। ਇਹ ਉਪਦੇਸ਼ ਸਤਿਗੁਰਾਂ ਤੋਂ ਇਹਨਾਂ ਪੰਡਤਾਂ ਨੇ ਸੁਣਿਆ ਹੈ ਅਨੇਕ ਹਰ ਨਾਮ। ਕਹਿਣ ਲੱਗੇ ਗੁਰਦੇਵ ਸਾਨੂੰ ਇਹ ਦੱਸੋ ਕਿ ਜਿਹੜੇ ਹਰੀ ਦੇ ਪਰਮੇਸ਼ਰ ਦੇ ਨਾਮ ਨੇ ਇਹ ਤਾਂ ਅਨੇਕਾਂ ਹੀ ਹਨ। ਕੌਣ ਨਾਮ ਹੈ ਮੁਕਤ ਦਾ? ਹੁਣ ਇਹ ਵੀ ਦੱਸੋ ਕਿ ਮੁਕਤੀ ਦੇਣ ਵਾਲਾ ਨਾਮ ਕਿਹੜਾ ਜਪੀਏ? ਆਪ ਜੀ ਨੇ ਕਿਹਾ ਹੈ ਕਿ ਨਾਮ ਹੀ ਮੁਕਤ ਕਰਦਾ ਹੈ। ਨਾਮ ਤਾਂ ਪ੍ਰਭੂ ਦੇ ਅਨੇਕਾਂ ਨੇ, ਕਿਹੜਾ ਨਾਮ ਮੁਕਤ ਕਰਨ ਵਾਲਾ ਹੈ ਇਹ ਵੀ ਦੱਸੋ। ਸੋ ਕਹੀਏ ਅਬ ਰਾਮ। ਉਹ ਸੋਹਣਾ ਨਾਮ ਸਾਡੇ ਤਾਈਂ ਦੱਸਣਾ ਕਰੋ। ਚੌਪਈ ਸ੍ਰੀ ਨਾਨਕ ਪੁਨ ਬੈਨ ਉਚਾਰੇ। ਸੁਣ ਕੇ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ, ਜੋ ਨੌਕਾ ਸਭ ਪਾਰ ਉਤਾਰੇ। ਸਤਿਗੁਰੂ ਜੀ ਕਹਿੰਦੇ ਜਿਹੜੀ ਬੇੜੀ ਸਾਰਿਆਂ ਨੂੰ ਪਾਰ ਲੰਘਾਉਣ ਵਾਲੀ ਹੁੰਦੀ ਹੈ, ਪੁਨ ਜਿਸ ਨੌਕਾ ਪਰ ਚੜ ਕੋ। ਤੇ ਕਿਸੇ ਵੀ ਨੌਕਾ ਉੱਤੇ, ਬੇੜੀ ਦੇ ਉੱਤੇ ਜੇ ਜੀਵ ਚੜ ਜਾਵੇ, ਤੇ ਕੋ ਪਾਰ ਉਤਾਰੈ ਸੋ। ਤੇ ਉਹ ਬੇੜੀ ਜਿਹੜੀ ਹੈ ਉਹ ਨਦੀ ਪਾਰ ਲੰਘਾ ਹੀ ਦਿੰਦੀ ਹੈ। ਤਿਸ ਹੀ ਸੰਗ ਤਾਹੇ ਕੋ ਕਾਮੋ। ਇਸੇ ਤਰ੍ਹਾਂ ਜਿਹੜਾ ਜੀਵ ਦਾ ਕੰਮ ਉਹ ਬੇੜੀ ਦੇ ਨਾਲ ਹੈ, ਤੇ ਉਹ ਬੇੜੀ ਜੀਵ ਨੂੰ ਨਦੀ ਪਾਰ ਕਰਾਉਂਦੀ ਹੈ। ਉਤਰੈ ਪਾਰ ਪਾਏ ਸੁਖ ਤਾਮੋ। ਤੇ ਬੇੜੀ ਦੇ ਉੱਤੇ ਸਵਾਰ ਹੋ ਕਰਕੇ ਨਦੀ ਪਾਰ ਕਰਕੇ ਸੁਖ ਪ੍ਰਾਪਤ ਕਰਦਾ ਹੈ ਜੀਵ। ਤੈਸੇ ਗੁਰ ਜੋ ਨਾਮ ਬਤਾਏ। ਇਸੇ ਤਰ੍ਹਾਂ ਗੁਰਦੇਵ ਕਹਿਣ ਲੱਗੇ ਜਿਹੜਾ ਵੀ ਪ੍ਰਭੂ ਦਾ ਨਾਮ ਜੋ ਵੀ ਆਪਣੇ ਧਰਮ ਵਿੱਚ ਜਪ ਰਿਹਾ ਹੈ, ਸੋ ਤਿਹ ਕੋ ਹੋਵਤ ਗਤ ਦਾਏ। ਤੇ ਜੇ ਕਮਾਈ ਵਾਲਾ ਗੁਰੂ ਨਾਮ ਦਵੇ ਤੇ ਉਹ ਸਾਰੇ ਹੀ ਨਾਮ ਮੁਕਤੀ ਦੇਣ ਵਾਲੇ ਨੇ। ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਅੰਦਰ ਜਿੱਥੇ ਹਰ ਨਾਮ ਪੜ੍ਹਦੇ ਹਾਂ, ਉੱਥੇ ਰਾਮ ਵੀ ਪੜ੍ਹਦੇ ਹਾਂ, ਵਾਸੁਦੇਵ ਵੀ ਪੜ੍ਹਦੇ ਹਾਂ। ਇਹ ਸਾਰੇ ਨਾਮ ਹੀ ਸਤਿਗੁਰੂ ਕਹਿਣ ਲੱਗੇ ਜੇ ਕੋਈ ਕਮਾਈ ਵਾਲਾ ਇਹਨੂੰ ਗੁਰੂ ਧਾਰਨ ਕਰੇਗਾ, ਉਹਦੇ ਕੋਲੋਂ ਨਾਮ ਲੈ ਕਰਕੇ ਜਪੇਗਾ, ਤੇ ਉਹ ਨਾਮ ਮੁਕਤੀ ਕਰੇਗਾ। ਜਿਸ ਤਰ੍ਹਾਂ ਬੇੜੀਆਂ ਸਾਰੀਆਂ ਨਦੀ ਤੋਂ ਪਾਰ ਲੰਘਾ ਦਿੰਦੀਆਂ ਨੇ, ਇਸੇ ਤਰ੍ਹਾਂ ਸਾਰੇ ਪ੍ਰਭੂ ਦੇ ਨਾਮ ਜਿਹੜੇ ਨੇ ਨਾ, ਉਹ ਸੰਸਾਰ ਸਮੁੰਦਰ ਤੋਂ ਪਾਰ ਕਰਨ ਵਾਲੇ। ਭਾਈ ਗੁਰਦਾਸ ਜੀ ਨੇ ਲਿਖਿਆ ਹੈ, ਰਾਮ ਰਹੀਮ ਕਹਾਏ ਦੇ ਇੱਕ ਨਾਮ ਦੋਇ ਰਾਹ ਭੁਲਾਣੇ। ਜਿਨ੍ਹਾਂ ਦੇ ਅੰਦਰ ਅਗਿਆਨਤਾ ਹੈ ਧਰਮ ਪ੍ਰਤੀ, ਨਾਮ ਪ੍ਰਤੀ, ਰੱਬ ਦੇ ਪ੍ਰਤੀ, ਉਹ ਕਿਸੇ ਦੇ ਧੌਣ ਤੇ ਤਲਵਾਰ ਰੱਖ ਕੇ ਕਹਿਣਗੇ ਕਿ ਤੂੰ ਅੱਲਾ ਬੋਲ, ਤੇ ਦੂਜੇ ਉਸੇ ਤਰ੍ਹਾਂ ਹੀ ਕਰਨਗੇ। ਤੇ ਜੇ ਕਿਸੇ ਹੋਰ ਕੋਲ ਸੱਤਾ ਹੈ ਤੇ ਦੂਜਾ ਕਹੇਗਾ ਕਿ ਤੂੰ ਰਾਮ ਬੋਲ। ਪਰ ਭਾਈ ਗੁਰਦਾਸ ਜੀ ਕਹਿੰਦੇ ਇਹ ਵੱਡੀ ਅਗਿਆਨਤਾ ਹੈ। ਜਾਣਦੇ ਨਹੀਂ ਹਨ ਧਰਮ ਬਾਰੇ, ਉਹ ਰੱਬ ਦੇ ਬਾਰੇ। ਰਾਮ ਰਹੀਮ ਕਹਾਏ ਦੇ ਇੱਕ ਨਾਮ ਦੋਏ ਰਾਹ ਭੁਲਾਣੇ, ਕਿ ਦੋਵੇਂ ਰਸਤੇ ਤਾਂ ਇੱਕੋ ਟਿਕਾਣੇ ਤੇ ਜਾਂਦੇ। ਬੇੜੀਆਂ ਤੇ ਦੋਵੇਂ ਨਦੀ ਨੂੰ ਪਾਰ ਲੰਘਾਉਣ ਵਾਲੀਆਂ ਨੇ। ਰਾਮ ਕਹਿਣ ਵਾਲਾ ਵੀ ਪਾਰ ਹੋਵੇਗਾ, ਰਹੀਮ ਕਹਿਣ ਵਾਲਾ ਵੀ ਪਾਰ ਹੋਵੇਗਾ। ਅੱਲਾ ਜਪਣ ਵਾਲਾ ਵੀ ਪਾਰ ਹੈ ਤੇ ਖੁਦਾ ਜਪਣ ਵਾਲਾ ਵੀ ਪਾਰ ਹੈ। ਬਸ ਬੰਦੇ ਦੇ ਮਨ ਦੇ ਅੰਦਰ ਅਗਿਆਨਤਾ ਹੈ। ਅਗਿਆਨਤਾ ਇਸੇ ਤਰ੍ਹਾਂ ਦੀ ਹੈ ਕਿ ਜਿਹੜਾ ਨਾਮ ਮੈਂ ਜਪਦਾ ਹਾਂ ਇਹੋ ਹੀ ਮੁਕਤ ਕਰਨ ਵਾਲਾ ਹੈ, ਤੇ ਦੂਜੇ ਦਾ ਨਾਮ ਗਲਤ ਹੈ। ਪਰ ਸਤਿਗੁਰੂ ਜੀ ਨੇ ਉਪਦੇਸ਼ ਇਹੋ ਦਿੱਤਾ ਸੀ। ਗੁਰਦੇਵ ਕਹਿਣ ਲੱਗੇ ਜਿਸ ਤਰ੍ਹਾਂ ਬੇੜੀ ਨਦੀ ਤੋਂ ਪਾਰ ਲੰਘਾ ਦਿੰਦੀ ਹੈ, ਤੇ ਨਦੀ ਤੋਂ ਪਾਰ ਹੋ ਕੇ ਜੀਵ ਸੁਖੀ ਹੋ ਜਾਂਦਾ ਹੈ, ਇਸੇ ਤਰ੍ਹਾਂ ਜਿਹੜਾ ਵੀ ਪ੍ਰਭੂ ਦਾ ਨਾਮ ਜਪਾਂਗੇ, ਤੇਰੇ ਨਾਮ ਅਨੇਕਾਂ ਰੂਪ ਅਨੰਤਾ ਕਹਿਣ ਨਾ ਜਾਈ ਤੇਰੇ ਗੁਣ ਕੀਤੇ। ਤੇ ਮਹਾਰਾਜ ਕਹਿੰਦੇ ਉਹ ਸਾਰੇ ਹੀ ਨਾਮ ਮੁਕਤ ਕਰਨ ਵਾਲੇ ਨੇ। ਪਰ ਵਾਸਤਵ ਦੇ ਵਿੱਚ ਆਪਾਂ ਜਪਦੇ ਕਿੰਨੇ ਕਾਂ, ਝਗੜਦੇ ਸਾਰੇ ਹੀ ਨੇ। ਤੇ ਝਗੜਾ ਪਾ ਕੇ ਕਹਿੰਦੇ ਆ ਕਿ ਤੂੰ ਰਾਮ ਜਪ, ਦੂਜਾ ਕਹਿੰਦਾ ਸੀ ਅੱਲਾ ਕਹਿ, ਤੇ ਅਸੀਂ ਵੀ ਕਹਿੰਦੇ ਆ ਕਿ ਤੂੰ ਆਹ ਨਾਮ ਜਪ। ਪਰ ਆਪ ਕਿੰਨੇ ਕੁ ਜਪਦੇ ਹਾਂ?
ਝਗੜਾ ਕਰਨ ਵਾਲੇ ਜ਼ਿਆਦੇ ਨੇ, ਭਰਮ ਦੇ ਵਿੱਚ ਫਸਣ ਵਾਲੇ ਜ਼ਿਆਦੇ ਨੇ, ਪਰ ਜਪਣ ਵਾਲੇ ਘੱਟ ਨੇ। ਕੋਈ ਮੂਲ ਮੰਤਰ ਦਾ ਕਹਿੰਦਾ ਕਿ ਇੱਥੋਂ ਤੱਕ ਪੜ੍ਹ, ਪਰ ਉਧਾਰ ਤਾਂ ਇੱਕੋ ਓਂਕਾਰ ਜਪਣ ਦੇ ਨਾਲ ਵੀ ਹੋ ਜਾਂਦਾ ਹੈ। ਇਸ ਕਰਕੇ ਜਪ ਦੇ ਘਾਟਾਂ ਜੇ ਪੰਜਾਂ ਪਿਆਰਿਆਂ ਨੇ ਗੁਰਮੰਤਰ ਮੂਲ ਮੰਤਰ ਦਿੱਤਾ ਹੈ, ਤੇ ਕੋਈ ਵਿਰਲਾ ਹੀ ਹੋਵੇਗਾ ਜਿਹੜਾ ਮੂਲ ਮੰਤਰ ਤੇ ਗੁਰਮੰਤਰ ਦਾ ਅਭਿਆਸ ਕਰਦਾ ਹੈ। ਕਿੰਨੇ ਕਨੇ ਜਿਹੜੇ ਪੰਜ ਪਿਆਰਿਆਂ ਤੋਂ ਗੁਰਮੰਤਰ ਮੂਲ ਮੰਤਰ ਲੈ ਕੇ ਉਹਦਾ ਅਭਿਆਸ ਕਰ ਰਹੇ, ਬਹੁਤ ਘੱਟ ਨੇ। ਇੱਥੋਂ ਤੱਕ ਕਿ ਜਿਹੜਾ 5 ਵਾਰੀ ਉਹਨਾਂ ਨੇ ਦ੍ਰਿੜ ਕਰਵਾਇਆ ਸੀ ਨਾ, ਤੇ 5 ਵਾਰ ਵੀ ਕੋਈ ਵਿਰਲਾ ਹੋਵੇਗਾ ਜਿਹੜਾ ਉੱਠ ਕੇ ਗੁਰਮੰਤਰ ਤੇ ਮੂਲ ਮੰਤਰ ਪੜ੍ਹਦਾ ਹੋਵੇਗਾ। ਭਗਤ ਜੀ ਤਾਂ ਪਾਵਨ ਬਚਨ ਆਪਾਂ ਬਾਣੀ ਅੰਦਰ ਪੜ੍ਹਦੇ ਹਾਂ ਕਿ ਇੱਕ ਘੜੀ ਕੀ ਅੱਧੀ ਤੋਂ ਅੱਧੀ ਘੜੀ ਵੀ ਕੋਈ ਜਪ ਲੇ ਤੇ ਉਹ ਮੁਕਤ ਹੋਵੇਗਾ। ਇੱਕ ਬਾਰ ਜਿਨ ਇੱਕ ਛਿਨ ਤੇ ਆਇਓ, ਕਾਲ ਫਾਂਸ ਕੇ ਬੀਚ ਨਾ ਆਇਓ। ਪਰ ਜਪਣ ਵਾਲੇ ਵਿਰਲੇ ਹਨ। ਧਰਮ ਦੇ ਨਾਂ ਦੇ ਉੱਤੇ ਝਗੜੇ ਕਰਨ ਵਾਲੇ ਬਹੁਤ ਹਨ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕਿਰਪਾ ਕੀਤੀ, ਜਿੱਥੇ ਚਾਰੇ ਯੁੱਗਾਂ ਦਾ ਮੰਤਰ ਸਤਿਗੁਰੂ ਜੀ ਨੇ ਵਾਹਿਗੁਰੂ ਗੁਰਮੰਤਰ ਦੇ ਵਿੱਚ ਰੱਖਿਆ। ਜੇ ਸਤਿਯੁਗ ਦੇ ਵਿੱਚ ਵਾਸਦੇਵ ਜਪਦੇ ਸਨ, ਤ੍ਰੇਤੇ ਦੇ ਵਿੱਚ ਹਰੀ, ਦੁਆਪਰ ਦੇ ਵਿੱਚ ਗੋਬਿੰਦ, ਕਲਯੁਗ ਵਿੱਚ ਰਾਮ ਜਪਦੇ ਸਨ। ਚਾਰੇ ਯੁੱਗਾਂ ਦਾ ਮੰਤਰਾਂ ਦਾ ਪਹਿਲਾ ਅੱਖਰ ਲਿਆ, ਤੇ ਭਾਈ ਗੁਰਦਾਸ ਜੀ ਦੇ ਕਥਨ ਅਨੁਸਾਰ ਇਹ ਵਾਹਿਗੁਰੂ ਗੁਰਮੰਤਰ ਜਿਹੜਾ ਦਿੱਤਾ ਹੈ ਕਿ ਜਿਹੜਾ ਇੱਕ ਵਾਰ ਭਾਵਨਾ ਦੇ ਨਾਲ ਵਾਹਿਗੁਰੂ ਕਹਿੰਦਾ ਹੈ, ਉਹਨੂੰ 4 ਯੁੱਗਾਂ ਦੀ ਭਗਤੀ ਦਾ ਫਲ ਮਿਲ ਜਾਂਦਾ ਹੈ। ਏਕ ਬਾਰ ਜਿਨ ਇੱਕ ਛਿਨ ਤੇ ਆਇਓ, ਜਾਂ ਫੁਨ ਅੰਮ੍ਰਿਤ ਨਾਮ ਵਿਸ਼ੇਸ਼ਤੀ ਜਿਨ ਇੱਕ ਬਾਰ ਸ੍ਰੀ ਵਾਹਿਗੁਰੂ ਕਹਿਓ। ਪਰ ਸਤਿਗੁਰੂ ਜੀ ਨੇ ਇਹ ਨਹੀਂ ਕਿਹਾ ਕਿ ਤੁਸੀਂ ਜਿਹੜਾ ਨਾਮ ਜਪ ਰਹੇ ਹੋ, ਜਿਹੜਾ ਤੁਹਾਨੂੰ ਦਿੱਤਾ ਹੈ ਉਹ ਮਾੜਾ ਹੈ, ਉਹ ਬੁਰਾ ਹੈ। ਜਪੋ, ਸਾਰੇ ਨਾਮ ਪਾਰ ਲੰਘਾਉਣ ਵਾਲੇ ਹਨ। ਜਿਹੜਾ ਜਪੇਗਾ ਉਹ ਪਾਰ ਹੋਵੇਗਾ। ਗੁਰੂ ਉਪਦੇਸ਼ ਹਿਰਦੈ ਜਿਨ ਧਾਰਾ, ਜਿਨੇ ਗੁਰੂ ਦੇ ਦਿੱਤੇ ਉਪਦੇਸ਼ ਨੂੰ ਆਪਣੇ ਹਿਰਦੇ ਵਿੱਚ ਵਸਾਇਆ ਹੈ, ਸੋ ਭਵ ਸਾਗਰ ਉਤਰਾ ਪਾਰਾ। ਉਹੀ ਪਾਰ ਉਤਾਰਾ ਉਹਦਾ ਹੋਇਆ ਏ, ਜਿਨੇ ਗੁਰੂ ਦੇ ਦਿੱਤੇ ਹੋਏ ਮੰਤਰ ਨੂੰ, ਸਿੱਖਿਆ ਨੂੰ ਆਪਣੇ ਹਿਰਦੇ ਵਿੱਚ ਵਸਾ ਲਿਆ। ਇਸ ਪ੍ਰਕਾਰ ਸੁਨ ਕੈ ਸਭ ਬਚਨਾ, ਇਹ ਉਪਦੇਸ਼ ਸਤਿਗੁਰੂ ਸਾਹਿਬ ਜੀ ਤੋਂ ਸੁਣ ਕੇ ਸਾਰਿਆਂ ਨੇ, ਪੰਡਤ ਬਿਨੈ ਭਨੈ ਸੁਠ ਰਚਨਾ। ਸਾਰੇ ਜਿਹੜੇ ਪੰਡਤ ਸਨ ਸਤਿਗੁਰੂ ਜੀ ਨੂੰ ਬੇਨਤੀ ਕਰਨ ਲੱਗੇ। ਦੀਨ ਜਾਨਗਤ ਕੀਜੈ ਹਮਰੀ, ਕਹਿਣ ਲੱਗੇ ਮਹਾਰਾਜ ਸਾਨੂੰ ਨਿਮਾਣੇ ਜਾਣ ਕੇ, ਗਰੀਬ ਜਾਣ ਕੇ ਸਾਡੀ ਕਲਿਆਣ ਕਰ ਦਿਓ। ਚਰਨ ਸ਼ਰਨ ਗਹਿ ਲੀਨੀ ਤੁਮਰੀ, ਅਸੀਂ ਸਤਿਗੁਰੂ ਜੀ ਆਪ ਜੀ ਦੀ ਚਰਨਾਂ ਦੀ ਸ਼ਰਨ ਲਈ ਹੈ। ਰਾਵਰ ਸਰਸ ਅਪਰ ਨਹਿ ਕੋਈ, ਮਹਾਰਾਜ ਆਪ ਜੀ ਦੇ ਸਦਰਸ਼ ਹੋਰ ਦੂਜਾ ਕੌਣ ਹੈ। ਸਫਲ ਦਰਸ ਨਿਜ ਕਰ ਦੁਖ ਖੋਈ, ਆਪ ਜੀ ਦੇ ਦਰਸ਼ਨ ਸਫਲੇ ਹਨ, ਦਰਸ਼ਨਾਂ ਨਾਲ ਹੀ ਸਾਰੇ ਦੁੱਖ ਮਿਟ ਗਏ ਨੇ। ਸੁਨੀ ਬਿਨੈ ਜਬ ਕਰੁਣਾ ਐਨਾ, ਜਦੋਂ ਕਿਰਪਾ ਦੇ ਖਜ਼ਾਨੇ ਸਤਿਗੁਰਾਂ ਨੇ ਇਹਨਾਂ ਪੰਡਤਾਂ ਦੀ ਬੇਨਤੀ ਨੂੰ ਸੁਣਿਆ ਹੈ। ਕੈਵਲ ਦਾ ਉਚਰੇ ਸੁਭ ਬੈਨਾ, ਸਤਿਗੁਰੂ ਜੀ ਨੇ ਮੁਕਤੀ ਦੇਣ ਵਾਲੇ ਬਚਨ ਉਚਾਰਨ ਕੀਤੇ ਨੇ। ਸਤਨਾਮ ਕੋ ਕੀਜੈ ਜਾਪੂ, ਗੁਰਦੇਵ ਕਹਿੰਦੇ ਫਿਰ ਪ੍ਰਭੂ ਦੇ ਨਾਮ ਦਾ ਅਭਿਆਸ ਕਰੋ। ਤੁਮਰੈ ਨਾਸਹਿ ਤੀਨੋ ਤਾਪੂ, ਤਿੰਨੇ ਤਾਪ ਜਿਹੜੇ ਹਨ ਉਹ ਨਾਸ ਹੋ ਜਾਣਗੇ ਨਾਮ ਜਪਣ ਨਾਲ। ਨਾਉ ਤਰੀਕ ਪਏ ਸਿੱਖ ਸੋਏ, ਤੇ ਸਤਿਗੁਰੂ ਜੀ ਦੇ ਬਚਨ ਨੂੰ ਮੰਨ ਕੇ ਨਾਮ ਜਪਣ ਵਾਲੇ ਸਿੱਖ ਹੋਏ ਹਨ। ਇੱਕ ਤਾਂ ਕੇਵਲ ਕਹਿੰਦਾ ਹੈ ਕਿ ਮੈਂ ਸਿੱਖ ਹਾਂ, ਕੇਵਲ ਪਹਿਰਾਵੇ ਮਾਤਰ ਮੇਰੇ ਵਰਗਾ ਕਵੇ ਮੈਂ ਸਿੱਖ ਹਾਂ, ਪਰ ਮਾਲਕ ਨੂੰ ਉਹ ਭਾਵਦਾ ਹੈ ਜਿਹੜਾ ਗੁਰੂ ਦੇ ਬਚਨ ਨੂੰ ਮੰਨਦਾ ਹੈ। ਨਾਮ ਜਪਣ ਵਾਲੇ ਇਹ ਸਿੱਖ ਹੋਏ ਨੇ। ਤੇ ਮਹਾਨ ਕੋਸ਼ ਦੇ ਕਰਤਾ ਭਾਈ ਕਾਹਨ ਸਿੰਘ ਜੀ ਨਾਭਾ ਜੀ ਦੀ ਲਿਖਤ ਅਨੁਸਾਰ ਉਹ ਦੱਸਦੇ ਹਨ ਕਿ 70 ਤੋਂ ਵੱਧ ਜਿਹੜੇ ਨਿਰਮਲੇ ਅਤੇ ਉਦਾਸੀਆਂ ਦੇ ਉਹ ਅਸਥਾਨ ਕਾਸ਼ੀ ਦੇ ਵਿੱਚ ਸੁਸ਼ੋਭਿਤ ਨੇ, ਜਿਨ੍ਹਾਂ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਾਵਨ ਸਰੂਪ ਪ੍ਰਕਾਸ਼ ਹੈ। ਸੋ ਉਹ ਕਮਾਈ ਵਾਲੇ ਸੰਤ ਜਨ, ਸਾਧੂ ਜਨ ਉੱਥੇ ਫਿਰ ਹੋਏ ਨੇ, ਜਿਨ੍ਹਾਂ ਨੇ ਗੁਰਦੇਵ ਦੇ ਬਚਨ ਨੂੰ ਮੰਨ ਕਰਕੇ ਗੁਰਮੰਤਰ ਲਿਆ, ਚਰਨ ਪੌਲ ਲਈ, ਤੇ ਗੁਰੂ ਦੇ ਬਚਨ ਨੂੰ ਮੰਨਣ ਵਾਲੇ ਸਿੱਖ ਹੋਏ ਨੇ, ਨਾਮ ਜਪਣ ਵਾਲੇ ਸਿੱਖ ਹੋ ਗਏ। ਗੁਰ ਗੁਰ ਜਾਪ ਜਪੈ ਪ੍ਰਮਖ ਹੋਏ, ਗੁਰੂ ਗੁਰੂ ਜਪਦੇ ਹਨ ਸਤਿਗੁਰਾਂ ਤੋਂ ਗੁਰਮੰਤਰ ਲੈ ਕੇ, ਤੇ ਸਾਰੇ ਭਰਮਾਂ ਨੂੰ ਦੂਰ ਕੀ ਕਰ ਦਿੱਤਾ। ਕਿਤਕ ਦਿਵਸ ਗੁਰ ਡੇਰਾ ਕਰ ਕੈ, ਕੁਝ ਕੁ ਦਿਨ ਸਤਿਗੁਰੂ ਜੀ ਨੇ ਇੱਥੇ ਆਪਣਾ ਨਿਵਾਸ ਰੱਖਿਆ ਹੈ। ਪੁਨ ਗਮਨੇ ਉਪਕਾਰ ਵਿਚਰ ਕੈ, ਸਤਿਗੁਰੂ ਜੀ ਦੂਜਿਆਂ ਤੇ ਵੀ ਉਪਕਾਰ ਕਰਨ ਵਾਸਤੇ, ਹੋਰਾਂ ਦਾ ਉਧਾਰ ਕਰਨ ਵਾਸਤੇ ਮਹਾਰਾਜ ਕਾਸ਼ੀ ਤੋਂ ਚੱਲੇ ਹਨ। ਭੁਜੰਗ ਛੰਦ ਨਮੋ ਚੰਡਕਾ ਕਾਲਕਾ ਬਾਕ ਬਨੀ। ਹਾਂਜੀ, ਇੱਥੇ ਕਵੀ ਜੀ ਅਗਲਾ ਅਧਿਆਇ ਆਰੰਭ ਕਰਦੇ ਹਨ। ਉਤਰਾਰਧ ਦਾ 10ਵਾਂ ਅਧਿਆਇ ਪਹਿਲਾ ਮੰਗਲ ਕਰਦੇ ਨੇ ਉਸ ਪ੍ਰਭੂ ਦੀ, ਮਾਲਕ ਦੀ ਸ਼ਕਤੀ ਦਾ। ਕਹਿੰਦੇ ਨੇ ਵਾਹਿਗੁਰੂ
ਤੇਰੇ ਤੋਂ ਹੀ ਸਾਰਿਆਂ ਨੇ ਸ਼ਕਤੀ ਲਈ ਹੈ, ਭਾਵੇਂ ਚੰਡੀ ਹੈ, ਕਾਲਕਾ ਹੈ। ਬਾਕਬਾਨੀ ਕਹਿੰਦੇ ਨੇ ਸਰਸਵਤੀ ਨੂੰ, ਇਹ ਸਾਰੀ ਤੇਰੇ ਕੋਲੋਂ ਹੀ ਸ਼ਕਤੀਆਂ ਲੈ ਰਹੀਆਂ ਹਨ। ਬਿਹੰਗ ਨਾ ਹਰੰਤੀ ਸਦਾ ਬੁੱਧ ਦਾਨੀ। ਤੇ ਤੇਰੇ ਕੋਲੋਂ ਸ਼ਕਤੀਆਂ ਲੈ ਕੇ ਦੂਜਿਆਂ ਦੇ ਵਿਗਨ ਨੂੰ ਨਾਸ਼ ਕਰਨ ਵਾਲੀਆਂ ਤੇ ਬੁੱਧੀ ਦੇਣ ਵਾਲੀਆਂ ਹਨ। ਕਰੋ ਦਾਤ ਮਾਤਾ ਮੁਝੈ ਦਾਸ ਜਾਨੋ। ਐ ਮਾਤਾ ਸਰੂਪ ਪਰਮਾਤਮਾ ਜੀ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਆਪ ਕਿਰਪਾ ਕਰਕੇ ਮੇਰੇ ਸਾਰੇ ਵਿਗਨ ਨਾਸ਼ ਕਰ ਦੇਵੋ। ਸੁਸ਼ੰਦੰ ਗੁਰੂ ਕੀ ਕਥਾ ਹੋਂ ਬਖਾਨੋ। ਤੇ ਮੇਰੇ ਤੇ ਕਿਰਪਾ ਕਰੋ ਕਿ ਮੈਂ ਸਤਿਗੁਰਾਂ ਦੀ ਸੋਹਣੀ ਕਥਾ ਜਿਹੜੀ ਆ ਅੱਗੇ ਬਖਿਆਨ ਕਰ ਸਕਾਂ। ਸ੍ਰੀ ਬਾਲਾ ਸੰਦਰਵਾਚ। ਸ਼੍ਰੋਮਣੀ ਭਾਈ ਬਾਲਾ ਜੀ ਸੰਧੂ ਗੋਤ ਦੇ ਕਥਾ ਸੁਣਾ ਰਹੇ ਹਨ। ਚੌਪਈ ਸੁਨ ਸ੍ਰੀ ਅੰਗਦ ਕਥਾ ਰਸਾਲਾ। ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਅੱਗੇ ਸੁੰਦਰ ਕਥਾ ਸੁਣਨੀ ਕਰੋ। ਆਗੇ ਗਮਨੇ ਬਹੁਰ ਕਿਰਪਾਲਾ। ਕਿਰਪਾਲੂ ਸਤਿਗੁਰੂ ਜੀ ਕਾਂਸ਼ੀ ਤੋਂ ਚੱਲੇ ਹਨ ਤੇ ਅੱਗੇ ਗਏ ਨੇ ਜਗਨਨਾਥ ਕੋ ਜਹ ਅਸਥਾਨਾ। ਜਿੱਥੇ ਸੰਗਤ ਜੀ ਕਟਕ ਇਲਾਕਾ ਉੜੀਸਾ ਦਾ ਇਲਾਕਾ ਹੈ, ਜਿੱਥੇ ਜਗਨਨਾਥਪੁਰੀ ਦਾ ਵੱਡਾ ਮੰਦਿਰ ਹੈ। ਇੱਥੇ ਸ਼੍ਰੀ ਕ੍ਰਿਸ਼ਨ ਜੀ ਦੀ ਵੱਡੀ ਮੂਰਤੀ ਜਿਹੜੀ ਸੀ ਉੱਥੇ ਸੁਸ਼ੋਭਿਤ ਕੀਤੀ ਹੈ ਇਹਨਾਂ ਨੇ। ਤੇ ਚੇਤ ਦੇ ਮਹੀਨੇ ਵਿਸਾਖ ਦੇ ਵਿੱਚ ਵੀ ਇਹ ਵੱਡਾ ਜਿਹੜਾ ਇੱਥੇ ਇਕੱਠ ਕਰਦੇ ਹਨ। ਰੱਥ ਦੇ ਵਿੱਚ ਮੂਰਤੀ ਸਵਾਰ ਰੱਖਦੇ ਨੇ, ਬਲਰਾਮ ਦੀ, ਭਦਰ ਦੀ, 3 ਮੂਰਤੀਆਂ ਸੁਸ਼ੋਭਿਤ ਕਰਦੇ ਹਨ। ਤੇ ਇਹਨਾਂ ਦਾ ਇਹ ਸਨਾਤਨ ਮਤ ਦੇ ਵਿੱਚ ਮੰਨਣਾ ਵੀ ਸੀ ਕਿ ਜਿਹੜਾ ਇਹਨਾਂ ਪਹੀਆਂ ਦੇ ਹੇਠਾਂ ਆਉਂਦਾ, ਚੀਰਿਆ ਜਾਂਦਾ, ਉਹਨੂੰ ਇਹ ਮੁਕਤ ਮੰਨਦੇ ਸਨ। ਤੇ ਇੱਥੇ ਸ਼ਾਮ ਦੇ ਵਕਤ ਤੇ ਸਾਰੇ ਜੁੜ ਕੇ ਮੰਦਿਰ ਦੇ ਵਿੱਚ ਆਰਤੀ ਕਰਦੇ ਸੀ। ਸਤਿਗੁਰੂ ਇਹਨਾਂ ਧਰਮ ਸਥਾਨਾਂ ਤੇ ਗਏ ਜਿਹੜੇ ਧਰਮ ਦੇ ਨਾਂ ਦੇ ਉੱਤੇ ਲੋਕ ਪਖੰਡ ਕਰ ਰਹੇ ਸਨ। ਉਹਨਾਂ ਪਖੰਡਾਂ ਦਾ ਖੰਡਨ ਕਰਨ ਵਾਸਤੇ ਅਤੇ ਇਹਨਾਂ ਨੂੰ ਪ੍ਰਭੂ ਭਗਤੀ ਦੇ ਵਿੱਚ ਜੋੜਨ ਵਾਸਤੇ ਸਤਿਗੁਰੂ ਜੀ ਮਹਾਰਾਜ ਉੜੀਸਾ ਦੇ ਵਿੱਚ ਜਿਹੜਾ ਜਗਨਨਾਥਪੁਰੀ ਮੰਦਿਰ ਹੈ, ਜਿੱਥੇ ਸਤਿਗੁਰੂ ਜੀ ਨੇ ਆਰਤੀ ਉਚਾਰਨ ਕੀਤੀ ਹੈ ਨਾ, ਇਸ ਜਗ੍ਹਾ ਸਤਿਗੁਰੂ ਗਏ ਹਨ। ਤਾਂ ਜਾਏ ਪਹੁੰਚੇ ਗਤ ਦਾਨਾ। ਮੁਕਤੀ ਦੇ ਦਾਤੇ ਸਤਿਗੁਰੂ ਇੱਥੇ ਪਹੁੰਚੇ ਹਨ। ਹਰ ਮੰਦਰ ਕੇ ਦਰ ਪਰ ਜਾਈ। ਜਿੱਥੇ ਜਗਨਨਾਥ ਦਾ ਮੰਦਿਰ ਸੀ ਉਸ ਦੇ ਦਰਵਾਜ਼ੇ ਉੱਤੇ ਜਾ ਕੇ ਸਤਿਗੁਰੂ ਖਲੋ ਗਏ। ਬੈਠੇ ਕਿਤਕ ਕਾਲ ਤੇ ਥਾਈ। ਫਿਰ ਸਤਿਗੁਰੂ ਜਿਹੜੀ ਮੰਦਿਰ ਦੀ ਪਰਿਕਰਮਾ ਸੀ ਉਹਦੇ ਦਰਵਾਜ਼ੇ ਦੇ ਬਾਹਰ ਕੁਝ ਸਮਾਂ ਸਤਿਗੁਰੂ ਇੱਥੇ ਬੈਠੇ ਹਨ। ਤੇ ਕਾਨ ਸਿੰਘ ਜੀ ਨਾਭਾ ਲਿਖਦੇ ਹਨ ਕਿ ਮੰਦਿਰ ਦੇ ਸਾਹਮਣੇ ਜਿਹੜਾ ਮੰਗੂ ਮੱਠ ਅਸਥਾਨ ਹੈ, ਉੱਥੇ ਬੈਠ ਕੇ ਸਤਿਗੁਰੂ ਜੀ ਨੇ ਇਹਨਾਂ ਦੇ ਤਾਈਂ ਉਪਦੇਸ਼ ਦਿੱਤਾ ਹੈ। ਮਹਾਰਾਜ ਉੱਥੇ ਜਾ ਕੇ ਸੁਸ਼ੋਭਿਤ ਹੋਏ ਹਨ। ਸੰਧਿਆ ਕਾਲ ਪਹੁੰਚਿਓ ਜਬ ਹੀ। ਜਦੋਂ ਸ਼ਾਮਾਂ ਦਾ ਸਮਾਂ ਹੋਇਆ ਹੈ, ਸਭ ਪੰਡੇ ਮਿਲ ਆਏ ਤਬ ਹੀ। ਸਾਰੇ ਪੰਡਤ ਮਿਲ ਕੇ ਇਕੱਤਰ ਹੋ ਕੇ ਇਸ ਮੰਦਿਰ ਦੇ ਵਿੱਚ ਆਏ ਹਨ। ਕਰਨੇ ਲਗੇ ਆਰਤੀ ਤਹਿਵਾ। ਸਾਰੇ ਪੰਡਤ ਇਕੱਠੇ ਹੋ ਕੇ ਮੰਦਿਰ ਦੇ ਵਿੱਚ ਆ ਕੇ ਆਪਣੇ ਹੱਥ ਦੇ ਵਿੱਚ ਥਾਲ ਲੈ ਕੇ ਦੀਵੇ ਬਾਲ ਕੇ ਘਿਓ ਦੇ ਆਰਤੀ ਕਰਨ ਲੱਗੇ ਹਨ। ਜਿਸ ਤਰ੍ਹਾਂ ਇਹ ਕੀਤੀ ਜਾਂਦੀ ਹੈ ਕਿ ਆਪਣੇ ਸਿਰ ਵੱਲ ਥਾਲੀ ਕਰਕੇ ਹੇਠਾਂ ਨੂੰ ਘਮਾਉਣੀ ਤੇ ਫਿਰ ਆਪਣੀ ਨਾਭੀ ਵੱਲ, ਛਾਤੀ ਵੱਲ, ਇਸ ਤਰ੍ਹਾਂ ਜਿਹੜੀ ਭਗਵਾਨ ਦੀ ਮੂਰਤੀ ਬਣਾਈ ਉਹਦੇ ਚਰਨਾਂ ਦੇ ਵੱਲ, ਫਿਰ ਸਿਰ ਵੱਲ ਲੈ ਜਾਣੀ ਥਾਲੀ। ਇਸ ਤਰ੍ਹਾਂ ਹੀ ਹੱਥਾਂ ਵਿੱਚ ਥਾਲੀਆਂ ਲੈ ਕੇ ਸ਼ਾਮਾਂ ਦੇ ਸਮੇਂ ਸੰਧਿਆ ਦੇ ਵਕਤ ਆਰਤੀ ਕਰਨ ਲੱਗੇ। ਜਗਨਨਾਥ ਕੋ ਮੰਦਰ ਜਹਵਾ। ਜਿੱਥੇ ਜਗਨਨਾਥ ਦਾ ਵੱਡਾ ਮੰਦਿਰ ਸੀ, ਸ੍ਰੀ ਗੁਰ ਬੈਠੇ ਰਹੇ ਅਡੋਲਾ। ਹੁਣੇ ਆਰਤੀ ਕਰਨ ਵਾਸਤੇ ਸਾਰੇ ਖੜੇ ਹੁੰਦੇ ਨੇ, ਹੱਥਾਂ ਵਿੱਚ ਥਾਲੀਆਂ ਲੈਂਦੇ ਨੇ, ਦੀਵੇ ਬਾਲਦੇ ਨੇ, ਉਹ ਥਾਲੀਆਂ ਘਮਾਉਂਦੇ ਨੇ। ਪਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਬੈਠੇ ਰਹੇ ਹਨ, ਕਿਉਂਕਿ ਸਤਿਗੁਰੂ ਜੀ ਨੇ ਵੱਖਰਾ ਕੌਤਕ ਕੋਈ ਕੀਤਾ। ਫਿਰ ਇਹ ਸਾਰੇ ਇਕੱਤਰ ਹੋ ਕੇ ਸਤਿਗੁਰਾਂ ਦੇ ਕੋਲ ਆਉਂਦੇ। ਜਿਸ ਤਰ੍ਹਾਂ ਮਹਾਰਾਜ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਜਿਹੜੇ ਵੀ ਇਹਨਾਂ ਇਲਾਕਿਆਂ ਦੇ ਵਿੱਚ ਗਏ ਨੇ, ਅਯੁੱਧਿਆਪੁਰੀ ਦੇ ਵਿੱਚ ਗਏ ਹਨ, ਇਸੇ ਤਰ੍ਹਾਂ ਜਾਂ ਬ੍ਰਿਜ ਦੀ ਧਰਤੀ ਤੇ ਗਏ ਨੇ, ਜਾਂ ਸਤਿਗੁਰੂ ਇਸਲਾਮਿਕ ਧਰਮ ਸਥਾਨ ਮੱਕੇ ਜਾਂਦੇ ਨੇ, ਉਧਰ ਚਰਨ ਕਰਕੇ ਪੈਣਾ, ਇਹ ਦੱਸਣ ਵਾਸਤੇ ਕਿ ਪਰਮਾਤਮਾ ਉਹ ਖੁਦਾ ਤੇ ਸਾਰੀਆਂ ਦਿਸ਼ਾਵਾਂ ਦੇ ਵਿੱਚ ਮੌਜੂਦ ਹੈ। ਇਹ ਭਰਮ ਅੰਦਰੋਂ ਕੱਢ ਦਿਓ ਕਿ ਇਕੱਲਾ ਉਹ ਇੱਕ ਹੀ ਦਿਸ਼ਾ ਦੇ ਵਿੱਚ ਹੈ। ਪਰ ਹੁਣ ਅਸੀਂ ਇਸ ਤਰ੍ਹਾਂ ਤੇ ਨਹੀਂ ਨਾ ਕਰ ਸਕਦੇ ਕਿ ਕਿਸੇ ਦੇ ਮੰਦਰ ਵੱਲ ਜਾਂ ਮਸੀਤ ਵੱਲ ਲੱਤਾਂ ਕਰਕੇ ਪੈ ਜਾਈ, ਕਿਉਂਕਿ ਗੁਰੂ ਦਾ ਬਚਨ ਹੈ, ਗੁਰ ਕੀ ਕਰਨੀ ਕਾਹੇ ਧਾਵੋ, ਗੁਰ ਕਇਆ ਸਾਕਾਰ ਕਮਾਵੋ। ਜੇ ਸਤਿਗੁਰਾਂ ਨੇ ਕੋਈ ਕੌਤਕ ਕੀਤਾ ਹੈ ਤੇ ਇਹਨਾਂ ਦਾ ਪਖੰਡ ਖੰਡਨ ਕਰਨ ਵਾਸਤੇ, ਇਹਨਾਂ ਨੂੰ ਸਿੱਖਿਆ ਦੇਣ ਵਾਸਤੇ, ਉਹ ਤਾਂ ਸਤਿਗੁਰੂ ਆਪ ਮਰਿਆਦਾ ਪੁਰਸ਼ੋਤਮ ਨੇ ਮਰਿਆਦਾ ਦੱਸਣ ਵਾਸਤੇ ਆਏ ਹਨ। ਪਰ ਪਖੰਡ ਨੂੰ ਖੰਡਨ ਕਰਨ ਵਾਸਤੇ ਸਤਿਗੁਰਾਂ ਨੇ ਕੋਈ ਵੱਖਰਾ ਕੌਤਕ ਕੀਤਾ ਹੈ, ਜਿਹਦੇ ਨਾਲ ਇਹਨਾਂ ਦਾ ਧਿਆਨ ਖਿੱਚਿਆ ਜਾਵੇ।
ਸਾਰੇ ਇਹ ਖੜੇ ਹੋ ਕੇ ਆਰਤੀ ਕਰਨ ਲੱਗੇ ਨੇ, ਪਰ ਸਤਿਗੁਰੂ ਇੱਥੇ ਬੈਠੇ ਹੀ ਰਹੇ ਹਨ। ਠਾਂਡੇ ਭਏ ਨਾ ਕੁਛ ਮੁਖ ਬੋਲਾ, ਤੇ ਨਾ ਸਤਿਗੁਰੂ ਖੜੇ ਹੋਏ ਨੇ ਤੇ ਨਾ ਮੁਖੋਂ ਕੁਝ ਬੋਲਿਆ ਹੈ। ਤਿਸ਼ਨ ਪੰਡੇ ਰਿਸਿਉਰ ਤਾਰੀ, ਜਦੋਂ ਇਹਨਾਂ ਪੰਡਤਾਂ ਨੇ ਸਤਿਗੁਰਾਂ ਵੱਲ ਦੇਖਿਆ ਕਿ ਸਾਰੇ ਖਲੋ ਗਏ ਆਰਤੀ ਦੇ ਵਿੱਚ, ਪਰ ਇਹ ਪੁਰਖ ਨਹੀਂ ਖਲੋਤਾ, ਮਹਾਰਾਜ ਵੱਲ ਦੇਖ ਕਰਕੇ ਬੜੇ ਗੁੱਸੇ ਵਿੱਚ ਆਏ। ਆਨ ਸਮੀਪੰ ਗਿਰਾ ਉਚਾਰੀ, ਸਤਿਗੁਰਾਂ ਦੇ ਕੋਲ ਆ ਗਏ ਸਾਰੇ ਪਾਂਡੇ ਇਕੱਠੇ ਹੋ ਕੇ, ਤੇ ਬੜੇ ਕਠੋਰ ਬਚਨ ਇਹਨਾਂ ਨੇ ਬੋਲੇ ਨੇ। ਕੋ ਹੈ ਤੂੰ ਕਿਹ ਥਲ ਤੇ ਆਇਓ, ਸਤਿਗੁਰਾਂ ਨੂੰ ਕਹਿੰਦੇ ਭਾਈ ਕੌਣ ਹੈ ਤੂੰ, ਕਿਸ ਜਗ੍ਹਾ ਤੂੰ ਚੱਲ ਕੇ ਆਇਆ ਹੈ? ਹੈ ਅਨਜਾਨ ਭੇਦ ਨਹਿ ਪਾਇਓ, ਬੜਾ ਅਣਜਾਨ ਬੰਦਾ ਹੈ ਤੂੰ, ਤੈਨੂੰ ਇਸ ਇਲਾਕੇ ਦਾ, ਇਸ ਟਿਕਾਣੇ ਦਾ ਭੇਦ ਨਹੀਂ ਪਤਾ, ਇਥੋਂ ਦੀ ਮਰਿਆਦਾ ਬਾਰੇ ਨਹੀਂ ਪਤਾ। ਸਭਨ ਆਰਤੀ ਖਰੈ ਉਤਾਰੀ, ਸਾਰਿਆਂ ਨੇ ਪੰਡਤਾਂ ਨੇ ਖਲੋ ਕੇ ਆਰਤੀ ਭਗਵਾਨ ਦੀ ਕੀਤੀ ਹੈ। ਤੂੰ ਬੈਠਿਓ ਰਹਿਓ ਇਹ ਬਾਰੀ, ਤੇ ਤੂੰ ਆਰਤੀ ਦੇ ਸਮੇਂ ਇੱਥੇ ਬੈਠਾ ਰਿਹਾ ਹੈ। ਜਗਨਨਾਥ ਕੋ ਭਾਉ ਨਾ ਕੀਨੋ, ਤੁਸੀਂ ਆਪਣੇ ਮਨ ਵਿੱਚ ਜਗਨਨਾਥ ਦਾ ਭਾਉ ਜਿਹੜਾ ਪ੍ਰੇਮ ਹੈ ਉਹ ਆਪਣੇ ਹਿਰਦੇ ਵਿੱਚ ਨਹੀਂ ਧਾਰਿਆ। ਉਠਿਓ ਨਾ ਤੇਹ ਛਿਨ ਕਿਆ ਤੈ ਚੀਨੋ, ਕੀ ਆਪਣੇ ਮਨ ਵਿੱਚ ਤੁਸੀਂ ਸੋਚਿਆ ਹੈ ਅਸੀਂ ਸਾਰੇ ਉੱਠ ਕੇ ਆਰਤੀ ਕਰ ਰਹੇ ਹਾਂ, ਤੁਸੀਂ ਉੱਠ ਕੇ ਆਰਤੀ ਵਿੱਚ ਸ਼ਾਮਲ ਕਿਉਂ ਨਹੀਂ ਹੋਏ? ਸੁਨ ਕਰ ਜਗ ਗੁਰ ਬਚਨ ਬਖਾਨੇ, ਜਦੋਂ ਇਹਨਾਂ ਨੇ ਗੁੱਸੇ ਵਿੱਚ ਇਹ ਗੱਲਾਂ ਕੀਤੀਆਂ ਨਾ ਕਿ ਅਸੀਂ ਸਾਰਿਆਂ ਨੇ ਉੱਠ ਕੇ ਆਰਤੀ ਕੀਤੀ ਹੈ, ਥਾਲ ਲੈ ਕੇ ਸਾਰੇ ਖਲੋਤੇ ਸੀ, ਤੇ ਤੁਸੀਂ ਆਪਣੇ ਮਨ ਵਿੱਚ ਕੀ ਧਾਰਿਆ, ਉਲਟ ਰੀਤੀ ਕਿਉਂ ਕੀਤੀ ਹੈ, ਕਿਉਂ ਨਹੀਂ ਉੱਠ ਕੇ ਆਰਤੀ ਵਿੱਚ ਸ਼ਾਮਲ ਹੋਏ? ਸੁਣ ਕੇ ਜਗਤ ਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਇਹਨਾਂ ਦੇ ਮਨਾਂ ਦੇ ਵਿੱਚ ਜਿਹੜੇ ਵਿਕਾਰ ਸਨ, ਭਰਮ ਸਨ, ਉਹ ਦੂਰ ਕਰਨ ਵਾਸਤੇ ਕਹਿਣ ਲੱਗੇ, ਸਦਾ ਆਰਤੀ ਹਮ ਪਹਿਚਾਨੇ। ਗੁਰਦੇਵ ਕਹਿੰਦੇ ਕਿ ਜਿਹੜੀ ਆਰਤੀ ਤੁਸੀਂ ਹੁਣ ਕਰਨ ਆਏ ਹੋ ਨਾ, ਸਾਡੇ ਸਾਹਮਣੇ ਤਾਂ ਪਰਮਾਤਮਾ ਦੀ, ਪ੍ਰਭੂ ਦੀ ਆਰਤੀ ਤਾਂ ਸੁੱਤੇ ਸਿੱਧ ਹੋ ਰਹੀ ਹੈ। ਅਸੀਂ ਜਾਣਦੇ ਹਾਂ ਕਿ ਉਹਦੀ ਆਰਤੀ ਸਦਾ ਹੀ ਹੁੰਦੀ ਹੈ। ਸਰਬ ਸ਼੍ਰੋਮਣ ਜਸ ਪ੍ਰਭ ਉੱਚੇ, ਉਹ ਪ੍ਰਭੂ ਤਾਂ ਬਹੁਤ ਸ਼੍ਰੋਮਣੀ ਹੈ ਤੇ ਉਹਦਾ ਜਸ ਵੀ ਬਹੁਤ ਉੱਚਾ ਹੈ। ਕਰਹਿ ਆਰਤੀ ਤਸ ਮਨ ਸੂਚੇ, ਤੇ ਉਹ ਉੱਚੇ ਪ੍ਰਭੂ ਦੀ ਆਰਤੀ, ਸ਼੍ਰੋਮਣੀ ਪ੍ਰਭੂ ਦੀ ਆਰਤੀ ਜਿਹੜੀ ਹੈ ਨਾ, ਉਹ ਸੁੱਚੇ ਮਨਾਂ ਦੇ ਨਾਲ ਕਰਨੀ ਚਾਹੀਦੀ ਹੈ। ਅਲਪ ਆਰਤੀ ਕਿਆ ਤੁਮ ਕਰਹਿਓ, ਇੰਨਾ ਵੱਡਾ ਉਹ ਪ੍ਰਭੂ ਹੋਵੇ ਤੇ ਜਿਹੜੀ ਤੁਸੀਂ ਆਰਤੀ ਕਰ ਰਹੇ ਹੋ ਬਹੁਤ ਛੋਟੀ ਹੈ। ਇੱਕ ਥਾਲੀ ਦੇ ਵਿੱਚ ਕੁਝ ਦੀਵੇ ਧਰ ਕੇ ਤੇ ਬਸ ਉਹਨੂੰ ਇੰਨਾ ਕੀ ਤੁਸੀਂ ਕਲਪਿਆ ਹੋਇਆ ਹੈ ਕਿ ਉਹ ਮੰਦਿਰ ਦੇ ਵਿੱਚ ਮੂਰਤੀ ਵਿੱਚ ਹੀ ਰਹਿੰਦਾ ਹੈ, ਪਰ ਉਹ ਮਾਲਕ ਤਾਂ ਬਹੁਤ ਵੱਡਾ ਹੈ, ਉਹ ਸ਼੍ਰੋਮਣੀ ਹੈ, ਉਹ ਪ੍ਰਭੂ ਸਾਰਿਆਂ ਤੋਂ ਉੱਚਾ ਹੈ, ਉਹਦੀ ਆਰਤੀ ਤਾਂ ਸੁੱਤੇ ਸਿੱਧ ਹੋ ਰਹੀ ਹੈ। ਤੁਸ ਸੋਜ ਜਾਂ ਮੈਂ ਸੁਭ ਤਰਹੁ, ਛੋਟੀਆਂ ਛੋਟੀਆਂ ਸਮੱਗਰੀਆਂ ਲੈ ਕੇ ਇੰਨੇ ਵੱਡੇ ਮਾਲਕ ਦੀ, ਪ੍ਰਭੂ ਦੀ ਆਰਤੀ ਤੁਸੀਂ ਕਿੱਦਾਂ ਕਰ ਲਵੋਗੇ? ਮਨ ਨਿਰਮਲ ਕਰ ਨਹੀਂ ਟਿਕਾਵੋ, ਜਿੰਨਾ ਚਿਰ ਆਪਣੇ ਮਨ ਹੀ ਨਿਰਮਲ ਨਹੀਂ ਕਰਦੇ, ਜਿੰਨਾ ਚਿਰ ਆਪਣੇ ਮਨਾਂ ਨੂੰ ਨਹੀਂ ਟਿਕਾਉਂਦੇ, ਤੋ ਅਬ ਮਤ ਕਿਆ ਫਲ ਤੁਮ ਪਾਵੋ। ਮਨ ਟਿਕਾਉਣ ਤੋਂ ਬਿਨਾ, ਮਨ ਪਵਿੱਤਰ ਕਰਨ ਤੋਂ ਬਿਨਾ ਕੀ ਫਲ ਤੁਸੀਂ ਇੱਥੋਂ ਲੈ ਜਾਵੋਗੇ? ਫਲ ਤਾਂ ਹੀ ਝੋਲੀ ਵਿੱਚ ਪੈਣਗੇ ਨਾ, ਜੇ ਪਵਿੱਤਰ ਮਨ ਦੇ ਨਾਲ ਉਹਦੀ ਆਰਤੀ ਕਰੀਏ, ਉਹਦਾ ਜਸ ਕਰੀਏ, ਉਹਦੇ ਚਰਨਾਂ 'ਚ ਅਰਦਾਸ ਕਰੀਏ। ਸੰਗਤ ਕਰਨ ਆਏ ਆ ਤੇ ਮਨ ਪਵਿੱਤਰ ਕਰਕੇ ਬੈਠੀਏ, ਮਨ ਨੂੰ ਟਿਕਾ ਕੇ ਬੈਠੀਏ। ਜੇ ਮਨ ਹੀ ਨਹੀਂ ਟਿਕਦਾ ਤੇ ਗੁਰਦੇਵ ਕਹਿੰਦੇ ਤੁਸੀਂ ਇੱਥੋਂ ਕੀ ਫਲ ਲੈ ਜਾਵੋਗੇ? ਪੰਡੇ ਕਹੈ ਆਰਤੀ ਕੈਸੀ, ਸੁਣ ਕੇ ਜਿਹੜੇ ਸਾਰੇ ਪੰਡਤ ਸੀ ਮਹਾਰਾਜ ਨੂੰ ਕਹਿਣ ਲੱਗੇ ਕਿ ਤੁਸੀਂ ਕਹਿੰਦੇ ਹੋ ਕਿ ਆਰਤੀ ਸੁੱਤੇ ਸਿੱਧ ਹੋ ਰਹੀ ਹੈ, ਸਾਨੂੰ ਇਹ ਦੱਸੋ ਕਿ ਕਿਸ ਤਰ੍ਹਾਂ ਉਹ ਆਰਤੀ ਹੋ ਰਹੀ ਹੈ। ਨਿਤ ਪ੍ਰਤ ਕਰਤ ਰਹੋ ਕਹੋ ਤੈਸੀ, ਤੁਸੀਂ ਕਹਿੰਦੇ ਹੋ ਕਿ ਪ੍ਰਭੂ ਦੀ ਆਰਤੀ ਨਿਤਾ ਪ੍ਰਤੀ ਹਰ ਵਕਤ ਹਰ ਸਮੇਂ ਹੋ ਰਹੀ ਹੈ, ਅਸੀਂ ਕਰ ਰਹੇ ਹਾਂ, ਉਹ ਕਿਸ ਤਰ੍ਹਾਂ ਦੀ ਹੈ? ਤਿਨ ਤੇ ਸੁਨ ਕੇ ਕਿਰਪਾ ਨਿਦਾਨਾ, ਇਹਨਾਂ ਤੋਂ ਇਹ ਬਚਨ ਸੁਣ ਕੇ ਕਿਰਪਾ ਦੇ ਖਜ਼ਾਨੇ ਸਤਿਗੁਰੂ ਜੀ ਨੇ ਸ਼ਬਦ ਆਰਤੀ ਰੀਤ ਬਖਾਨਾ, ਤੇ ਗੁਰਦੇਵ ਨੇ ਜਿਹੜੀ ਸੁੱਤੇ ਸਿੱਧ ਪ੍ਰਭੂ ਦੀ ਆਰਤੀ ਹੋ ਰਹੀ ਹੈ ਨਾ, ਉਹ ਮਹਾਰਾਜ ਜੀਆਂ ਨੇ ਧਨਾਸਰੀ ਰਾਗ ਦੇ ਅੰਦਰ ਪਾਵਨ ਜਿਹੜਾ ਸ਼ਬਦ ਆਪਾਂ ਪੜ੍ਹਦੇ ਹਾਂ ਕੀਰਤਨ ਸੋਹਲੇ ਦੇ ਵਿੱਚ ਵੀ ਤੇ ਧਨਾਸਰੀ ਰਾਗ ਦੇ ਵਿੱਚ ਵੀ 13 ਅੰਗ ਤੇ 663 ਅੰਗ ਤੇ ਧਨਾਸਰੀ ਰਾਗ ਅੰਦਰ ਜੋ ਸ਼ਬਦ ਪੜ੍ਹਦੇ ਹਾਂ, ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ, ਤਾਰਕਾ ਮੰਡਲ ਜਨਕ ਮੋਤੀ, ਧੂਪ ਮਲ ਆਨ ਲੋ ਪਵਨ ਚਵਰੂ ਕਰੇ, ਸਗਲ ਬਨਰਾਏ ਫੂਲੰਤ ਜੋਤੀ। ਇਹ ਪਾਵਨ ਸ਼ਬਦ ਉਚਾਰਨ ਕਰਕੇ ਉਪਦੇਸ਼ ਦਿੱਤਾ ਸੀ। ਸੰਗਤ ਜੀ, ਅੱਜ ਵੀ ਸਤਿਗੁਰਾਂ ਦਾ ਜੋ ਸੁੰਦਰ ਅਸਥਾਨ ਆਰਤੀ ਸਾਹਿਬ, ਮੰਗੂ ਮੱਠ ਸਾਹਿਬ ਜਿਹੜਾ ਅਸਥਾਨ ਹੈ ਉਹ ਸ਼ੋਭਤ ਹੈ। ਜਿਹੜੀਆਂ ਸੰਗਤਾਂ ਉੜੀਸਾ ਜਾਂਦੀਆਂ ਨੇ ਤੇ ਉਹ ਇਸ ਸਥਾਨ ਦੇ ਦਰਸ਼ਨ ਕਰਦੀਆਂ ਹਨ। ਜਿਸ ਤਰ੍ਹਾਂ ਸਤਿਗੁਰੂ ਜੀ ਨੇ ਉਪਦੇਸ਼ ਦਿੱਤਾ ਹੈ,
ਇਹ ਰਹਿੰਦਾ ਪ੍ਰਸੰਗ ਆਪਾਂ ਕੱਲ ਦੇ ਦੀਵਾਨਾਂ 'ਚ ਸਰਵਣ ਕਰਾਂਗੇ, ਕਿਉਂਕਿ ਇੱਥੇ ਸਮਾਂ ਸਮਾਪਤੀ ਤੇ ਹੈ। ਸਤਿਗੁਰੂ ਕਿਰਪਾ ਕਰਨ, ਰਹਿਮਤ ਕਰਨ, ਜੋ ਉਪਦੇਸ਼ ਸਤਿਗੁਰੂ ਜੀ ਨੇ ਝੋਲੀ ਵਿੱਚ ਪਾਇਆ ਹੈ, ਦਿੱਤਾ ਸਤਿਗੁਰਾਂ ਦਾ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵੀ ਵਸ ਜਾਵੇ। ਇਹ ਮਨ ਪਵਿੱਤਰ ਹੋ ਜਾਵਣ, ਸ਼ੁੱਧ ਹੋ ਜਾਵਣ, ਮਨ ਟਿਕ ਜਾਵੇ, ਜਿਹਦੇ ਨਾਲ ਲੋਕ ਸੁਖੀਏ ਪਰ ਲੋਕ ਸੁਹੇਲੇ ਹੋ ਜਾਣ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ। ਆਓ ਅਖੀਲੀਆਂ 2 ਪੰਕਤੀਆਂ ਸਰਵਣ ਕਰੀਏ, ਇੱਥੇ ਸਮਾਪਤੀ ਹੈ ਜੀ। ਪੰਡੇ ਕਹੈ ਆਰਤੀ ਕੈਸੀ, ਨਿਤ ਪ੍ਰਤ ਕਰਤ ਰਹੋ ਕਹੋ ਤੈਸੀ। ਤਿਨ ਤੇ ਸੁਨ ਕੇ ਕਿਰਪਾ ਨਿਦਾਨਾ, ਸ਼ਬਦ ਆਰਤੀ ਰੀਤ ਬਖਾਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।